ਅੱਲਾ ਪਾਕ ਇਹਨਾਂ ਨੂੰ ਹਯਾਤੀ ਦੇਵੇ। ਇਹਨਾਂ ਨੂੰ ਆਣ ਕੇ ਮੈਂ ਪੁੱਛਿਆ, ਮੈਂ ਕਿਹਾ ਯਾਰ ਪੀਰਾਂ ਨੂੰ ਲਿਆਉਣ ਦਾ ਕੀ ਤਰੀਕਾਕਾਰ ਹੁੰਦਾ? ਇਹਨਾਂ ਨੇ ਕਿਸੇ ਨੇ ਕੁਝ ਦੱਸਿਆ, ਕਿਸੇ ਨੇ ਕੁਝ ਦੱਸਿਆ। ਮੈਂ ਕਿਹਾ ਅੱਛਾ ਠੀਕ ਹੈ, ਚੁੱਪ ਕਰ ਰਿਹਾ। 1.5 ਕਿਲੋ ਦੁੱਧ ਦੀ ਚਾਹ ਪਕਾ ਲਈ ਇੰਨੀ ਕੁ ਪਤੀਲੀ 'ਚ। ਇਸ ਲਈ 1.5 ਕਿਲੋ ਦੁੱਧ ਦੀ ਚਾਹ ਪਕਾ ਲਈ ਤੇ 1.5 ਸੇਰੀ ਅਸੀਂ ਰਸ ਲੈ ਆਂਦੇ। ਤੇ ਮਾਸ਼ਾਅੱਲਾ ਜਿੰਨੇ ਕੁ ਜੀ ਬੈਠੇ ਇਹਨਾਂ ਤੋਂ ਅੱਧੇ ਕੁ ਜੀ ਸਵੇਰ ਨੂੰ ਨਾਲ ਲੈ ਕੇ ਸਰਕਾਰ ਤਸ਼ਰੀਫ ਫਰਮਾ ਹੋ ਗਏ। ਤਕਰੀਬਨ 250-300 ਜੀ 250-300 ਜੀ ਜਿਹੜੇ ਮੇਰੇ ਘਰ ਲੈ ਕੇ ਸਰਕਾਰ ਆ ਗਏ। ਤੇ ਮੈਂ ਨਾ ਅੰਦਰੋਂ ਸੜ ਗਿਆ ਦੇਖ ਕੇ। ਤੇ ਪੀਰ ਨੇ ਕੀ ਕੀਤਾ ਮੇਰੇ ਨਾਲ? ਦੇਖ ਕੇ ਸੜ ਗਿਆ। ਮੇਰੇ ਨਾਲ ਪੀਰ ਨੇ ਕੀ ਕੀਤਾ? ਤੇ ਜਿਸ ਵੇਲੇ ਮੈਂ ਇਹ ਦੇਖਿਆ ਤੇ ਮੈਂ ਅੰਦਰੋਂ ਨਾ ਸੜਿਆ ਬੁਝਿਆ ਬਾਹਰ ਨਿਕਲਿਆ। ਤੇ ਸਰਕਾਰ ਫਰਮਾਉਂਦੇ ਸੂਫੀ ਹੋ ਰਿਹਾ। ਮੈਂ ਕਿਹਾ ਹਾਂਜੀ ਕੋਈ ਹੋ ਰਿਹਾ। ਤੇ ਇੰਜ ਕਰਕੇ ਮੇਰੇ ਹੱਥ ਰੱਖ ਕੇ ਨਾ ਸਿਰ ਤੇ ਆਖਣ ਲੱਗੇ ਲੰਗਰ ਦੀ ਗੱਲ ਹੈ। ਮੈਂ ਕਿਹਾ ਸਰਕਾਰ ਹੋਰ ਕਾਹਦੀ ਗੱਲ ਹੈ? ਤੇ ਆਖਣ ਲੱਗੇ ਭਾਈ ਨੂਰ ਮੁਹੰਮਦਾ ਅੱਲਾ ਪਾਕ ਗਰੀ ਕੇ ਰਹਿਮਤ ਕਰੇ, ਖਲੀਫਾ ਸਾਹਿਬ ਸਨ ਸਾਡੇ 224 ਵਜ਼ੀਰ ਖਾਂ ਵਾਲੀ ਦੇ। ਤੇ ਉਹਨਾਂ ਨੂੰ ਕਹਿੰਦੇ ਭਾਈ ਨੂਰ ਮੁਹੰਮਦਾ ਇੱਧਰ ਆ। ਕਿ ਜੀ ਸਰਕਾਰ ਨੇ ਆਪਣਾ ਸਾਫਾ ਲਾ ਕੇ ਤੇ ਅਨਾਇਤ ਕੀਤਾ ਭਾਈ ਨੂਰ ਮੁਹੰਮਦ ਨੂੰ, ਇਹ ਉੱਤੇ ਪਾ ਦੇ, ਇਹ ਪਿਆਲੀ ਭਰ ਕੇ ਦੇਈ ਜਾ। ਮੈਨੂੰ ਕਹਿੰਦੇ ਭਾਈ ਫੜ ਕੇ ਦੇ। ਤੇ ਮੈਂ ਕੀ ਕੀਤਾ, ਆ ਜਿਹੜੇ ਕੋਲ ਬੰਦੇ ਬੈਠੇ ਸਨ ਨਾ, ਮੈਂ ਇੱਥੋਂ ਕਿ ਸ਼ੁਰੂ ਹੋਇਆ। ਮੈਨੂੰ ਉੱਥੋਂ ਸ਼ੁਰੂ ਹੋ, ਇੱਧਰੋਂ ਨਹੀਂ ਆਉਆ। ਤੇ ਮੈਂ ਸੋਚਿਆ ਯਾ ਅੱਲਾ ਇੰਨੀ ਕੁ ਪਤੀਲੀ ਆ, 250-300 ਬੰਦਾ ਵਾ ਤੇ ਮੈਂ ਇੱਥੇ ਮੁੱਕ ਜਾਣੀ ਹੈ। ਮੈਂ ਜੀ ਉੱਥੋਂ ਸ਼ੁਰੂ ਹੋ ਗਿਆ। ਹੁਕਮੇ ਪੀਰ ਸੀ, ਮੈਂ ਉੱਥੋਂ ਸ਼ੁਰੂ ਹੋ ਗਿਆ। ਹੁਕਮੇ ਪੀਰ ਸੀ ਮੈਂ ਭਾਈ, ਉੱਥੋਂ ਸ਼ੁਰੂ ਹੋ ਗਿਆ। ਜਿਸ ਵੇਲੇ ਉੱਥੋਂ ਸ਼ੁਰੂ ਹੋਇਆ ਤੇ ਭਾਈ ਉਹ ਮੈਂ ਸਾਰੇ ਲੋਕਾਂ ਨੂੰ ਆਪਣੇ ਘਰ ਦੀਆਂ ਪਿਆਲੀਆਂ ਗਵਾਂਢੀਆਂ ਦੀਆਂ ਦੂਏ ਗਵਾਂਢੀ ਦੀਆਂ ਇਕੱਠੀਆਂ ਕਰਕੇ ਤੇ ਸਾਰਿਆਂ ਨੂੰ ਭਾਈ ਗੁੰਜਾਇਸ਼ ਹੀ ਨਹੀਂ ਸੀ ਹੈਗੀ ਇੰਨੀ। ਸਾਰੇ ਦੋਸਤਾਂ ਨੂੰ ਚਾਹ ਪਿਲਾਈ। ਜਿਸ ਵੇਲੇ ਚਾਹ ਪੀ ਲਈ ਪਾ ਕੇ ਮੈਂ ਦਿੱਤੀ ਚਾਹ ਤੇ ਆਖਣ ਲੱਗਿਆ ਭਾਈ 2-2 ਰਸ ਵੀ ਦੇ। ਮੈਂ ਹੈਰਾਨ ਪਰੇਸ਼ਾਨ ਹੋ ਗਿਆ ਵੀ ਯਾਰ ਮੈਂ ਇਹਨਾਂ ਨੂੰ ਤਾਂ ਦੱਸਿਆ ਹੀ ਨਹੀਂ ਵੀ ਅਸੀਂ ਰਸ ਵੀ ਲਿਆਂਦੇ, ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ? 2-2 ਰਸ ਵੀ ਦਿੱਤੇ। ਸਾਰਿਆਂ ਨੇ ਚਾਹ ਪੀ ਲਈ ਤੇ ਆਖਣ ਲੱਗੇ ਭਾਈ ਪੁੱਛਦਾ ਵੀ ਸਾਰਿਆਂ ਨੇ ਚਾਹ ਪੀ ਲਈ, ਕੋਈ ਰਹਿ ਤਾਂ ਨਹੀਂ ਗਿਆ? ਜਿਸ ਤਰ੍ਹਾਂ ਉਹ ਬੀਬੀ ਖੜੀ ਹੈ ਨਾ, ਇਸ ਤਰ੍ਹਾਂ ਹੀ ਉਹ ਜਿਸ ਤਰ੍ਹਾਂ ਉਹ ਭਾਈ ਸਾਹਿਬ ਖੜੇ ਨੇ, ਦਰਵਾਜ਼ੇ ਦੇ ਵਿੱਚ ਇੱਕ ਬੀਬੀ ਬੈਠੀ ਸੀ। ਤੇ ਆਖਣ ਲੱਗੇ ਉਹ ਬੀਬੀ ਕਹਿਣ ਲੱਗੀ ਭਾਈ ਮੈਨੂੰ ਨਹੀਂ ਚਾਹ ਮਿਲੀ। ਸਰਕਾਰ ਫਰਮਾਉਂਦੇ ਭਾਈ ਉਹਨੂੰ ਦੇ ਕੇ ਆਓ। ਉਹਨਾਂ ਨੂੰ ਚਾਹ ਦਿੱਤੀ ਤੇ ਸਰਕਾਰ ਨੇ ਫਰਮਾਇਆ ਭਾਈ ਕੋਈ ਰਹਿਤ ਨਹੀਂ ਗਿਆ। ਮੈਨੂੰ ਕਹਿੰਦੇ ਭਾਈ ਤੁਸੀਂ ਵੀ ਪੀ ਲਓ। ਮੈਂ ਕਿਹਾ ਸਰਕਾਰ ਤੁਸੀਂ ਪੀਓ ਮੈਂ ਵੀ ਪੀਣਾ। ਸਰਕਾਰ ਨੇ ਜਿੰਨਾ ਚਿਰ ਅਸੀਂ ਨੇ ਚਾਹ ਪੀਤੀ ਹਜ਼ੂਰ ਬੈਠੇ ਰਹੇ ਨੇ, ਚਾਹੇ ਅੱਗੇ ਪਈ ਰਹੀ ਹੈ, ਆਪ ਪੜ੍ਹਦੇ ਰਹੇ ਨੇ ਤੇ ਮੈਂ ਚਾਹ ਤਕਸੀਮ ਕਰ ਲਈ। ਸਾਰੇ ਬੱਚਿਆਂ ਨੇ ਵੀ ਪੀਤੀ ਤੇ ਮੈਂ ਵੀ ਪੀਤੀ। ਜਦੋਂ ਸਰਕਾਰ ਮੇਰੇ ਘਰੋਂ ਚਲੇ ਗਏ ਤੇ ਜਨਾਬ 6 ਪਿਆਲੀਆਂ ਚਾਹ ਦੀਆਂ ਤੇ 1.5 ਪਰ ਰਸ, ਉਹ 1.5 ਕਿਲੋ ਚ ਪਿਆ ਸੀ। ਇਹ ਮੇਰੀ ਪਹਿਲੀ ਮੇਰੇ ਘਰ ਦੀ ਕਰਾਮਤ ਹੈ। ਇਸ ਤੋਂ ਬਾਅਦ ਇੱਕ ਹੋਰ ਗੱਲ ਹੋਈ, ਤੁਸੀਂ ਹੈਰਾਨ ਹੋਵੋਗੇ ਕਿ ਯਾਰ ਇਹ ਬੰਦਾ ਕਿੱਦਾਂ ਦਾ। ਮੇਰੇ ਪੀਰੋ ਮੁਰਸ਼ਦ ਪੀਰ ਸੈਯਦ ਜ਼ਫਰ ਹੁਸੈਨ ਸ਼ਾਹ ਸਾਹਿਬ ਸਰਕਾਰ ਨੇ ਇੱਕ ਦਿਨ ਇਸੇ ਸਟੇਜ ਤੇ ਖੜੇ ਹੋ ਕੇ ਕਿਹਾ ਕਿਸੇ ਨੇ ਮਰਿਆ ਹੋਇਆ ਜਿੰਦਾ ਬੰਦਾ ਦੇਖਣਾ? ਤੇ ਮੈਂ ਦਰਬਾਰ ਸ਼ਰੀਫ ਤੇ ਸੀ। ਸਰਕਾਰ ਨੇ ਜਿਸ ਤਰ੍ਹਾਂ ਹੁਣ ਮੈਨੂੰ ਆਵਾਜ਼ ਮਾਰੀ ਮਕਬੂਲ ਭਾਈ ਇੱਧਰ ਆਓ। ਮੈਂ ਤੇ ਕਹਿਣ ਲੱਗੇ ਇੱਥੇ ਖੜੇ ਹੋ ਜਾਓ, ਆਹ ਬੰਦਾ ਜੀ ਮਰ ਕੇ ਜਿੰਦਾ ਹੋਇਆ। ਤੇ ਮੈਂ ਅਰਜ਼ ਕੀਤੀ ਯਾ ਸਰਕਾਰ ਤੁਸੀਂ ਇਹ ਭਾਂਡਾ ਪਾਣੀ ਦਿੱਤਾ ਤੇ ਹੱਸ ਪਏ। ਕਹਿੰਦੇ ਭਾਈ ਮੇਰੇ ਪੀਰ ਦੀ ਕਰਾਮਤ ਹੈ, ਚਲਦੀ ਫਿਰਦੀ ਕਰਾਮਤ ਆ, ਮੈਂ ਕਿਉਂ ਨਾ ਦੱਸਾਂ? ਮੈਂ ਕਿਹਾ ਸਰਕਾਰ ਤੁਹਾਡੀ ਮਰਜ਼ੀ ਹੈ। ਹੁਣ ਫੇਰ ਮੈਨੂੰ ਲਿਆ ਕੇ ਤੁਹਾਡੇ ਸਾਹਮਣੇ ਖੜਾ ਕਰ ਦਿੱਤਾ। ਇਹ ਮੇਰੀ ਆਕਾ ਦੀ ਕਰਮ ਨਵਾਜ਼ੀ ਹੈ ਕਿ ਭਾਈ ਮੈਂ ਉਹ ਬੰਦਾ ਵਾਂ ਕਿ ਫਾਲਜ ਹੋ ਗਿਆ, 48 ਘੰਟੇ ਮਰ ਗਿਆ 48 ਘੰਟਿਆਂ ਦੀ ਮੌਤ ਹੋ ਗਈ। 48 ਘੰਟੇ ਹੋ ਗਏ ਮੈਨੂੰ ਮਰੇ ਨੂੰ, ਕਫਨ ਪਾੜਿਆ ਹੋਇਆ ਤੇ ਕਬਰ ਅੱਧੀ ਪੱਟੀ ਹੋਈ। ਤੇ ਮੇਰੇ ਆਕਾ ਨੇ ਕੈਸਾ ਕਰਮ ਕੀਤਾ ਮੇਰੇ ਤੇ। ਮੇਰੇ ਘਰ ਵਾਲੀ ਬਾਬਾ ਜੀ ਸਰਕਾਰ ਕੋਲ ਗਈ, ਜਾ ਕੇ ਅਰਜ਼ ਕੀਤੀ ਯਾ ਸਰਕਾਰ ਮੈਂ ਸਿਰ ਤੋਂ ਨੰਗੀ ਹੋ ਗਈ ਤੇ ਰੋ ਪਈ। ਤੇ ਆਪ ਸਰਕਾਰ ਰੋਣਾ ਪਸੰਦ ਨਹੀਂ ਸੀ ਕਰਦੇ ਕਿਸੇ ਬੰਦੇ ਦਾ ਵੀ।
ਬਰਦਾਸ਼ਤ ਨਹੀਂ ਸੀ ਕਰਦੇ। ਕੋਈ ਵੀ ਬੰਦਾ ਆ ਕੇ ਰੋਂਦਾ ਸੀ, ਸਰਕਾਰ ਨਹੀਂ ਸੀ ਉਹਦਾ ਰੋਣਾ ਜਿਹੜਾ ਸੀ ਨਾ ਬਹੁਤ ਫੌਰੀ ਸੁਣਦੇ ਸੀ। ਉਹਨੂੰ ਕਹਿਣ ਲੱਗੇ ਪੁੱਤਰ ਨੇ ਸਿਰ ਤੋਂ ਨੰਗੀ ਹੋ ਗਈ, ਦੁਪੱਟਾ ਸਿਰ ਤੇ ਲੈ ਲਾ। ਤੇ ਕਹਿਣ ਲੱਗੀ ਜੀ ਦੁਪੱਟੇ ਨੂੰ ਮੈਂ ਕੀ ਕਰਾਂ? ਕਿ ਕੀ ਹੋਇਆ? ਇਹ ਸਰਕਾਰ ਤੁਹਾਡਾ ਜਿਹੜਾ ਮੁਰੀਦ ਹੈ ਉਹ ਫੌਤ ਹੋ ਗਿਆ, ਮਰ ਗਿਆ। ਕਹਿੰਦੇ ਮਾਦਰ ਚੋਦ। ਬਾਬਾ ਜੀ ਸਰਕਾਰ ਆਖਣ ਲੱਗੇ ਹੈ ਸਾਡਾ ਵੀ ਕੋਈ ਮਰਦਾ, ਸਾਡਾ ਮੁਰੀਦ ਨਹੀਂ ਮਰਦਾ, ਜਾ ਲਿਆ ਉਹਨੂੰ ਜਾ ਕੇ। ਮੇਰੇ ਘਰ ਵਾਲੀ ਆਈ, ਰੇੜੀ ਤੇ ਮੇਰਾ ਮੰਜਾ ਰੱਖਿਆ, ਲੈ ਕੇ ਸਰਕਾਰ ਕੋਲ ਚਲੇ ਗਏ। ਆਪ ਸਰਕਾਰ ਨੇ ਕਿਹਾ ਲਿਆਓ ਇੱਥੇ ਪਾ ਦਿਓ ਇਹਨੂੰ। ਪਾਇਆ, ਸਰਕਾਰ ਨੇ ਪਾਣੀ ਤੇ ਦਮ ਕੀਤਾ, ਪਾਣੀ ਤੇ ਦਮ ਕਰਕੇ ਤੇ ਮੇਰੇ ਮੂੰਹ 'ਚ ਪਾਇਆ, ਛਿੱਟੇ ਮਾਰੇ, ਅੱਖਾਂ ਖੁੱਲ ਗਈਆਂ। ਜਦੋਂ ਮੈਂ ਦੇਖਿਆ ਸਰਕਾਰ ਨੂੰ, ਮੈਂ ਰੋਣ ਲੱਗ ਪਿਆ। ਤੇ ਸਰਕਾਰ ਕਮਾਉਂਦੇ ਨੇ ਉਹ ਤੇਰੇ ਪਿਓ ਦਾ ਸੀ ਜਿਹੜਾ ਵੰਡੀ ਜਾਂਦਾ ਸੀ ਹੈ? ਉਹ ਤੇਰੇ ਪਿਓ ਦਾ ਸੀ ਜਿਹੜਾ ਵੰਡੀ ਜਾਂਦਾ ਸੀ? ਤੈਨੂੰ ਮੈਂ ਆਖਿਆ ਸੀ? ਮੈਂ ਸਰਕਾਰ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ। ਕਹਿਣ ਲੱਗੇ ਅੱਛਾ ਛੇਤੀ ਮੰਨ ਗਏ। ਮੈਂ ਕਿਹਾ ਜੀ ਅਜੇ ਛੇਤੀ ਆ, ਅਗਲਾ ਪਾਸਾ ਦਿਖਾਲਤਾ। ਆਂਦੇ ਨੇ ਅੱਛਾ ਤੂੰ ਦੇਖ ਲਿਆ? ਮੈਂ ਕਿਹਾ ਜੀ ਉੱਥੇ ਵੀ ਤੁਹਾਨੂੰ ਹੀ ਦੇਖਿਆ। ਤੇ ਕਹਿੰਦੇ ਉੱਠ ਉੱਠ, ਕਹਿੰਦਾ ਕਹਿੰਦੇ ਗਏ ਉੱਠ। ਮੈਂ ਕਿਹਾ ਸਰਕਾਰ ਮੇਰਾ ਪਾਸਾ ਜੇ ਬਾਂਹ ਨਹੀਂ ਹਿਲਦੀ। ਤੇ ਹਜ਼ੂਰ ਨੇ ਮੈਨੂੰ ਇਸ ਉਂਗਲੀ ਤੋਂ ਫੜ ਕੇ ਨਾ ਇੰਝ ਕਰਕੇ ਬਾਂਹ ਕਰ ਦਿੱਤੀ। ਬਾਂਹ ਮੇਰੀ ਇਹ ਪਾਸਾ ਜਿਹੜਾ ਸੀ ਇਹ ਚੁੱਕ ਕੇ ਮੇਰੀ ਲੱਤ ਵੀ ਰੱਖਦੇ ਸੀ, ਬਾਂਹ ਵੀ ਰੱਖਦੇ ਸੀ। ਤੇ ਜਿਸ ਵੇਲੇ ਸਰਕਾਰ ਨੇ ਇਸ ਤਰ੍ਹਾਂ ਕੀਤੀ ਤੇ ਮੈਨੂੰ ਇਹ ਸਾਬਤ ਹੋਇਆ ਮੇਰੀ ਬਾਂਹ ਹਿੱਲ ਪਈ ਹੈ। ਆਪ ਨੇ ਪਾਣੀ ਦਾ ਪਿਆਲਾ ਭਰ ਕੇ ਸਰਕਾਰ ਨੇ ਮੰਗਿਆ ਤੇ ਉਹਦੇ ਵਿੱਚ ਆਪਣਾ ਲੁਆਬੇ ਦਹਨ ਪਾਇਆ। ਆਖਣ ਲੱਗਿਆ ਓਏ ਆ ਪੀ ਲਾ। ਮੈਂ ਫੜਿਆ ਤੇ ਮੇਰੀਆਂ ਨਾਸਾਂ ਵਿੱਚੋਂ ਪਾਣੀ ਜਿਹੜਾ ਸੀ ਨਾ ਉਹ ਬਾਹਰ ਆ ਜਾਂਦਾ ਸੀ ਜਦੋਂ ਮੈਂ ਪੀਂਦਾ ਸੀ। ਤੇ ਮੇਰੇ ਦਿਲ 'ਚ ਇਹ ਗੱਲ ਆਈ ਕਿ ਕਿਹੜਾ ਪੀਰ ਨੇ ਪਾਣੀ ਫੜਾਤਾ, ਮੇਰੇ ਕੋਲ ਕਿਹੜਾ ਪੀ ਹੋਣਾ। ਜਦੋਂ ਮੈਂ ਮੂੰਹ ਨੂੰ ਲਾਇਆ ਤੇ ਪਾਣੀ ਡੱਕ ਡੱਕ ਅੰਦਰ ਚਲਾ ਗਿਆ। ਜਿਸ ਵੇਲੇ ਡੱਕ ਡੱਕ ਅੰਦਰ ਚਲਾ ਗਿਆ ਤੇ ਮੈਨੂੰ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਕੋਲਿਆਂ ਦੇ ਉੱਪਰ ਪਾਣੀ ਪਿਆ ਜਾ ਕੇ। ਉਹ ਮੈਂ ਦਵਾ ਦਵ ਅੰਦਰ ਸੁੱਟ ਲਿਆ। ਮੈਂ ਕਿ ਫੇਕ ਰਿਹਾ ਲੰਘਣਾ ਕਿ ਨਹੀਂ ਲੰਘਣਾ। ਜਦੋਂ ਮੈਂ ਪੀ ਲਿਆ ਤੇ ਮੈਨੂੰ ਕਹਿੰਦੇ ਭਾਈ ਹੋਰ ਪੀਣਾ? ਮੈਂ ਕਿਹਾ ਸਰਕਾਰ ਪਿਲਾ ਦਿਓ। ਪਿਆਲਾ ਭਰਿਆ, ਫੇਰ ਉਸ ਤਰ੍ਹਾਂ ਹੀ ਉਹ ਪਿਆਲਾ ਮੈਨੂੰ ਫੜਾਤਾ, ਉਹ ਵੀ ਪੀ ਲਿਆ। ਅੱਜ ਹੋਰ ਕੱਲ ਹੋਰ, ਅੱਜ ਹੋਰ ਕੱਲ ਹੋਰ। ਜਨਾਬ ਮੈਂ ਤੁਹਾਡੇ ਸਾਹਮਣੇ ਖਲੋਤਾ ਆ, ਇਹ ਮੇਰੇ ਆਕਾ ਦੀ ਕਰਮ ਨਵਾਜ਼ੀ ਹੈ। 48 ਘੰਟੇ ਮਰਨ ਤੋਂ ਬਾਅਦ ਵਾਲਾ ਬੰਦਾ ਮੈਂ ਖਲੋਤਾ ਤੁਹਾਡੇ ਸਾਹਮਣੇ, ਚੱਲਦਾ ਫਿਰਦਾ ਸਰਕਾਰ ਦਾ ਮੌਜਾ, ਕਰਾਮਤ ਹਜ਼ੂਰ ਦੀ। ਲਓ ਦੋਸਤੋ अस्सलाम वालेकुम। तकबीर, नारे रसालत, नारे हैदरी, नारे गौसिया, हजूर सरकार सैयद दिलशाद हुसैन शाह साहब, आस्ताना आलिया लद्दर शरीफ, हजूर सरकार सैयद पीर जफर हुसैन शाह साहब जिंदाबाद। ਨਵੀਂ ਦੋਸਤੋ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ। ਸੁਭਾਨ ਅੱਲਾਹ। ਸਾਡੇ ਲੋਕਾਂ ਦੇ ਜ਼ਿਹਨ 'ਚ ਇਹ ਗੱਲ ਆ ਜਾਂਦੀ ਆ ਕਿ ਪੀਰ ਨੂੰ ਪਤਾ ਨਹੀਂ। ਗੱਲਾਂ ਜਿਹੜੀਆਂ ਅਸੀਂ ਕਰਦੇ ਆ ਜਾਂ ਸਾਡੇ ਘਰ ਦਾ ਜਾਂ ਮੇਰੀ ਕਮਜ਼ੋਰੀ ਦਾ ਜਾਂ ਮੇਰੀ ਗਰੀਬੀ ਦਾ ਮੇਰੇ ਪੀਰ ਨੂੰ ਪਤਾ ਨਹੀਂ। ਲੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਪੀਰ ਨੂੰ ਕਿੱਥੋਂ ਤੱਕ ਪਤਾ ਹੁੰਦਾ ਹੈ। ਮੈਂ ਮੰਡੀ ਦਾ ਕਾਰੋਬਾਰ ਕਰਦਾ ਸੀ, ਸਬਜ਼ ਮੰਡੀ ਦਾ। ਮੰਡੀ ਵਿੱਚ ਟਰੱਕ ਲੈਣੇ ਤੇ ਛਾਪੇ ਲਾ ਕੇ ਵੇਚ ਲੈਣੇ। ਮੈਂ ਸਰਕਾਰ ਦਾ ਮੁਰੀਦ ਹੋਇਆ ਤੇ ਸਰਕਾਰ ਨੇ ਮੈਨੂੰ ਫਰਮਾਇਆ ਭਾਈ ਮਕਬੂਲ ਪਕੌੜੇ ਵੇਚਣੇ ਆ। ਤੇ ਮੈਂ ਅਰਜ਼ ਕੀਤੀ ਯਾ ਸਰਕਾਰ ਮੇਰੀ ਗੱਲ ਸੁਣੋ, ਮੈਂ ਰਾਜਪੂਤ ਬਰਾਦਰੀ ਨਾਲ ਤਾਲੁਕ ਰੱਖਣਾ, ਮੇਰੀ ਜੱਦ 'ਚ ਕਿਸੇ ਬੰਦੇ ਨੇ ਪਕੌੜੇ ਨਹੀਂ ਅੱਜ ਤੱਕ ਵੇਚੇ। ਤੇ ਮੈਨੂੰ ਕਹਿੰਦੇ ਓਏ ਮੇਰਾ ਹੁਕਮ ਹੈ। ਠੀਕ ਹੈ ਸਰਕਾਰ, ਹਜ਼ੂਰ ਹੱਥ ਬੰਨੇ, ਹਜ਼ੂਰ ਤੁਹਾਡਾ ਹੁਕਮ ਹੈ, ਠੀਕ ਹੈ ਮੈਂ ਹਾਜ਼ਰ ਜੀ। ਪਕੌੜੇ ਵੇਚਣ ਲੱਗ ਪਿਆ। ਸਰਕਾਰ ਹਜ ਤੇ ਤਸ਼ਰੀਫ ਲੈ ਗਏ। ਸਰਕਾਰ ਨੇ ਮੈਨੂੰ ਕਿਹਾ ਸੀ ਸਿਰ ਤੇ ਚੁੱਕ ਕੇ ਪਕੌੜੇ ਵੇਚਣੇ ਆ। ਫਾਲਜ ਹੋ ਕੇ ਹਟਿਆ ਸੀ ਤੇ ਮੇਰਾ ਪੀਰ ਬਿਹਤਰ ਜਾਣਦਾ ਸੀ ਮੇਰਾ ਇਲਾਜ। ਸਰਕਾਰ ਨੇ ਕਿਹਾ ਸਿਰ ਤੇ ਚੁੱਕ ਕੇ ਵੇਚਣੇ ਆ। ਆਪ ਹਜ ਤੇ ਚਲੇ ਗਏ, ਮੈਂ ਦੁਕਾਨਾਂ 2 ਕਿਰਾਏ ਤੇ ਲੈ ਲਈਆਂ। ਕੀ ਹੈ ਪੀਰ ਮਦੀਨੇ ਚਲਾ ਗਿਆ, ਹੁਣ ਜਿੱਦਾਂ ਮਰਜ਼ੀ ਵੇਚੋ। ਨਹੀਂ ਨਹੀਂ, ਸਰਕਾਰ ਨੇ
ਬਾਬਾ ਜੀ ਪੀਰ ਸਈਦ ਦਿਲਸ਼ਾਦ ਹੁਸੈਨ ਸ਼ਾਹ ਸਾਹਿਬ ਨੂੰ ਉੱਥੋਂ ਟੈਲੀਫੋਨ ਕੀਤਾ ਕਿ ਭਾਈ ਬਾਬਾ ਜੀ ਨੂੰ ਲਾੜਨਾ ਪੋਪੀ ਕਹਿੰਦੇ ਹੁੰਦੇ ਸੀ ਤੇ ਸਰਕਾਰ ਨੂੰ ਉੱਥੋਂ ਟੈਲੀਫੋਨ ਕੀਤਾ ਕਿ ਪੋਪੀ ਸਾਡੇ ਮੇਰੇ ਪਕੌੜੇ ਵਾਲੇ ਦਾ ਕੀ ਹਾਲ ਆ ਬਈ। ਸਰਕਾਰ ਨੇ ਅਰਜ਼ ਕੀਤੀ ਯਾ ਸਰਕਾਰ ਠੀਕ ਹੀ ਹੋਣਾ। ਆਖਣ ਕਿ ਨਹੀਂ ਨਹੀਂ ਪਤਾ ਕਰਕੇ ਦੱਸੋ। ਬਚ ਗਿਆ ਹਾਲਾਂਕਿ ਮੈਂ ਇੱਥੋਂ ਤੱਕ ਵੀ ਇਤਲਾ ਨਹੀਂ ਸੀ ਪਹੁੰਚਾਈ। ਕੀ ਹੋਇਆ ਮੇਰੇ ਨਾਲ, ਇੱਕ ਟਰੱਕ ਲੰਘਿਆ, ਉੱਤੇ ਤਾਰ ਸੀ, ਅੱਜ ਤਾਰ ਹੈ ਬਿਜਲੀ ਦੀ ਤਾਰ ਜਿਹੜੀ ਕਿ ਉਹਦੇ ਨਾਲ ਟਰੱਕ ਦਾ ਉਤਲਾ ਫਟਾ ਲੱਗਿਆ ਤੇ ਉਹ ਤਾਰ ਟੁੱਟ ਕੇ ਖੰਭਾ ਵਿੱਚ ਡਿੱਗ ਗਈ। 5 ਕਿਲੋ ਘਿਓ ਪਾਇਆ ਸੀ ਕੜਾਈ ਵਿੱਚ, ਮੱਛੀ ਦਾ ਇੱਕ ਪੂਰ ਮੈਂ ਕੱਢ ਕੇ ਰੱਖਿਆ, ਬਾਕੀ ਦਾ ਸੌਦਾ ਜੇ ਮੇਰਾ ਬਣਾਉਣ ਵਾਲਾ ਪਿਆ। ਉਹ ਇਸ ਤਰ੍ਹਾਂ ਮੈਂ ਗਲੋਦਾਂ ਦੇ ਉਲਟ ਕੇ ਡਿੱਗਿਆ ਵਿੱਚ ਤੇ ਮੇਰੇ ਨਾਲ ਪਿਛਲੇ ਪਾਸੇ ਸਾਰੀ ਕੰਡ ਵੀ ਢੋਈ ਵੀ ਤੇ ਪੱਟ ਲੱਤਾਂ ਹਰ ਚੀਜ਼ ਸੜ ਗਈ। ਤੈਨੂੰ ਮਦੀਨੇ ਖਬਰ ਹੋ ਗਈ। ਮੈਂ ਕਹਿੰਦਾ ਮੇਰੇ ਪੀਰ ਨੂੰ ਪਤਾ ਨਹੀਂ ਮੇਰੇ ਪੀਰ ਨੂੰ ਮਦੀਨੇ ਖਬਰ ਹੋ ਗਈ। ਮਦੀਨਿਓਂ ਟੈਲੀਫੋਨ ਕਰਦੇ ਆ, ਮੇਰੇ ਪਕੌੜੇ ਵਾਲੇ ਦਾ ਕੀ ਹਾਲ ਆ। ਦੋਸਤੋ ਪੀਰ ਨੂੰ ਹਰ ਗੱਲ ਦਾ ਪਤਾ। ਜਿਸ ਵੇਲੇ ਮੈਂ ਸੜ ਗਿਆ ਤੇ ਇਹਨਾਂ ਨੇ ਭੇਜਿਆ ਇੱਕ ਬੰਦੇ ਨੂੰ, ਅੱਲਾ ਉਹਨੂੰ ਜੰਨਤ ਨਸੀਬ ਕਰੇ, ਹਕੀਮ ਨੂੰ, ਹਕੀਮ ਅਤਾ ਮੁਹੰਮਦ, ਬਹੁਤ ਸਾਰੇ ਲੋਕ ਜਾਣਦੇ ਉਹਨੂੰ। ਹਕੀਮ ਅਤਾ ਮੁਹੰਮਦ ਨੂੰ ਭੇਜਿਆ ਪੀਰ ਸੈਯਦ ਜ਼ਫਰ ਹੁਸੈਨ ਸ਼ਾਹ ਸਰਕਾਰ ਨੇ। 7 ਸਮੁੰਦਰਾਂ ਤੋਂ ਪਾਰ ਜਾ ਕੇ ਵੀ ਮੈਨੂੰ ਯਾਦ ਫਰਮਾਇਆ, ਮੈਨੂੰ ਯਾਦ ਰੱਖਿਆ। ਮੈਂ ਕਿੱਡਾ ਬੇਵਕੂਫ ਹਾਂ ਕਿ ਮੈਂ ਇਹ ਤੇ ਮੇਰੇ ਪੀਰ ਨੂੰ ਪਤਾ ਹੀ ਨਹੀਂ ਹੈ। ਵਾਪਸ ਚਲਾ ਗਿਆ। ਮੈਂ ਵੀ ਸ਼ਾਮ ਨੂੰ ਕਿਸੇ ਰਕਸ਼ੇ ਵਾਲੇ ਨੂੰ ਕਿਹਾ, ਉਹਦੇ ਵਿੱਚ ਮੈਂ ਆਪਣੇ ਹੱਥ ਲਾ ਕੇ ਪੈਰ ਲਾ ਕੇ ਜਿੱਦਾਂ ਕੁੱਤਾ ਵਿੱਚ ਰੱਖੀਦਾ ਉਦਾਂ ਕੁੱਤੇ ਦੀ ਤਰ੍ਹਾਂ ਬਣ ਕੇ ਆਪਣੇ ਪੀਰ ਦਾ ਕੁੱਤਾ ਬਣ ਕੇ ਚਲਾ ਗਿਆ। ਅੱਲਾਹ ਪਾਕ ਰੀਕੇ ਰਹਿਮਤ ਕਰੇ ਉਸ ਬੰਦੇ ਨੂੰ, ਰਕਸ਼ੇ ਵਾਲੇ ਨੂੰ। ਉਹ ਬੜੇ ਆਰਾਮ ਨਾਲ ਲੈ ਕੇ ਗਿਆ, ਮੈਨੂੰ ਉਹਨੇ ਕੋਈ ਤਕਲੀਫ ਨਹੀਂ ਹੋਣ ਦਿੱਤੀ। ਜਾ ਕੇ ਮੈਂ ਸਰਕਾਰਾਂ ਕੋਲ ਚਲਾ ਗਿਆ ਤੇ ਅੱਗੇ ਬਾਬਾ ਜੀ ਸਰਕਾਰ ਪੀਰ ਸਈਦ ਜ਼ਫਰ ਹੁਸੈਨ ਸ਼ਾਹ ਬੈਠੇ ਸਨ ਤੇ ਇਹਨਾਂ ਨੂੰ ਦਿਖਾ ਲਿਆ ਤੇ ਇਹ ਵੀ ਕਹਿੰਦੇ ਢੱਕ ਲਾ ਭਾਈ ਢੱਕ ਲਾ, ਇਹ ਕੀ ਹੋਇਆ। ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਸਾਰੀ ਗੱਲ ਜਿਹੜੀ ਤੁਹਾਨੂੰ ਦੱਸੀ ਤੇ ਮੈਂ ਕਿਹਾ ਜੀ ਕਦੋਂ ਟੈਲੀਫੋਨ ਆਉਣਾ। ਸਰਕਾਰ ਫਰਮਾਉਣ ਲੱਗੇ 12 ਵਜੇ। ਘੜੀ ਵੱਲ ਦੇਖਿਆ ਤੇ ਅੱਧਾ ਘੰਟਾ ਰਵੇ। ਉਹ ਅੱਧਾ ਘੰਟਾ ਮੈਨੂੰ ਇੰਝ ਹੋ ਗਿਆ ਜਿਵੇਂ ਮੇਰੇ ਲਈ 6 ਮਹੀਨੇ ਹੁੰਦੇ ਆ। ਯਾ ਅੱਲਾ ਇਹ ਘੜੀ ਤੁਰਦੀ ਕਿਉਂ ਨਹੀਂ। ਕਿਸ ਵੇਲੇ ਬਾਬਾ ਜੀ ਦਾ ਅਜਨ ਤਕਲੀਫ ਦੀ ਕੋਈ ਗੱਲ ਨਹੀਂ ਸੀ, ਆਸ ਸੀ ਵੀ ਕਿਹੜੇ ਵੇਲੇ ਮੇਰੇ ਯਾਰ ਦੀ ਆਵਾਜ਼ ਆਵੇ, ਮੈਂ ਕਿਹੜੇ ਵੇਲੇ ਸੁਣਾ। ਤਕਲੀਫ ਤੇ ਹੈ ਹੀ ਸੀ ਜਿਹੜੀ ਹੈ ਸੀ। ਉੱਚਾ ਸਰੂ ਰਾਨ ਖਲੋਤਾ ਪੈਰ ਜ਼ਮੀਨ ਵਿੱਚ ਕਿਤੇ, ਉੱਚਾ ਹੋ ਰਸਤਾ ਵੇਖੇ ਮੈਂ ਯਾਰ ਕਿਤੋਂ ਸਿਰ ਕੱਢੇ। ਬਸ ਮੈਂ ਕਹਿੰਦਾ ਰਵਾਇਤ ਇਹਨਾਂ ਤੇ ਪੂਰੀ ਪਹੁੰਚ ਜਾਂਦੀ ਹੈ, ਇਸ ਵਾਸਤੇ ਮੈਂ ਤੁਹਾਨੂੰ ਦੱਸਦਾ ਸੀ। नाराए तकबीर, नाराए रिसालत, नाराए हैदरी, नाराए गौसिया, हज़रत क़िबला पीर सैयद मोहम्मद हुसैन शाह साहिब, हज़रत क़िबला पीर सैयद दिलशाद हुसैन शाह साहिब, आस्ताना आलिया लदर शरीफ, मुरीद आस्ताना आलिया लदर शरीफ, जिंदाबाद। कि दोस्तों 12 बज गए, हत्ता के मुक्सर करना कि दोस्तों 12 बज गए ते घंटी खड़की, खून दी घंटी खड़की ते नाल ही मेरा भी दिल धड़किया। शुक्र अल्हम्दुलिल्लाह सरकार ने टेलीफोन चुकिया ते बाबा जी ने खैरियत पूछने तो बाद फिर हुई गल पूछी कि मेरा पकौड़े वाला आया भाई। सरकार ने फरमाया हाँ जी की हाल है मेरे पकौड़े वाले का, आपने फरमाया आया, कहते दिओ इनू रिसीवर। जो रिसीवर मैं फड़िया तो तुहानू सारिਆਂ ਨੂੰ पता भी वो गुस्से ਨਾਲ ਕੀ ਕਹਿੰਦੇ ਹੁੰਦੇ ਸੀ, मैं ते नहीं कहना। सारिਆਂ ਨੂੰ पता ना, ਉਹਨਾਂ शुरू हो गए।
ਜਿਸ ਵੇਲੇ ਸ਼ੁਰੂ ਹੋ ਗਿਆ ਤੇ ਮੈਂ ਨਾ ਰੋਣ ਲੱਗ ਪਿਆ। ਮੈਨੂੰ ਕਹਿੰਦੇ ਹੁਣ ਤੂੰ ਕਿਉਂ ਰੋਣਾ ਫਲਾਨਾ ਗਰਾਊਂਡ ਨੂੰ? ਆਹੋ ਯਾਰ। ਅੱਛਾ ਖੈਰ ਕਹਿਣ ਲੱਗੇ ਉਹ ਭਾਈ, ਮੈਂ ਕਿਹਾ ਜੀ ਤੈਨੂੰ ਕਿੰਨੇ ਕਿਹਾ ਸੀ ਦੁਕਾਨਾਂ ਲੈ ਓਏ? ਮੈਂ ਕਿਹਾ ਸਰਕਾਰ ਮੇਰੇ ਕੋਲ ਗਲਤੀ ਹੋ ਗਈ, ਹਜ਼ੂਰ ਭੁੱਲ ਹੋ ਗਈ। ਕਹਿਣ ਲੱਗੇ ਛੱਡ ਦੇ। ਮੈਂ ਕਿਹਾ ਜੀ ਛੱਡ ਦਿੱਤੀਆਂ। ਮੈਂ ਕਿਹਾ ਜੀ ਹੁਣੀ ਛੱਡ ਦਿੱਤੀਆਂ। ਫਿਰ ਮੈਨੂੰ ਥੋ ਹੋਇਆ, ਮੈਂ ਕਿਹਾ ਜੀ ਸਰਕਾਰ ਜੇ ਸੌਦਾ ਵਿੱਚੋਂ ਚੱਕ ਲਵਾਂ ਜਾਂ ਉਦਾਂ ਹੀ ਛੱਡ ਦਿਆਂ? ਕਹਿੰਦੇ ਓਏ ਹਰਾਮਜ਼ਾਦਿਆ ਸੌਦਾ ਕਿਉਂ ਛੱਡਣਾ ਹੈ, ਸੌਦਾ ਚੁੱਕ ਲਾ। ਮੈਂ ਕਿਹਾ ਅੱਛਾ ਜੀ। ਲਓ ਜੀ ਭਾਈ ਜੀ, ਮੈਂ ਉੱਥੇ ਹੀ ਦੁਕਾਨਾਂ ਛੱਡ ਦਿੱਤੀਆਂ। ਸਰਕਾਰ ਮਦੀਨੇ ਪਾਕ ਤੋਂ ਹੱਜ ਕਰਕੇ ਵਾਪਸ ਵੀ ਆ ਗਏ। 7 ਸਾਲ ਤੇ 5 ਮਹੀਨੇ ਪਕੌੜੇ ਵੇਚੇ ਸਿਰ ਤੇ ਚੁੱਕ ਕੇ। ਤੇ ਇੱਕ ਦਿਨ ਫਰਮਾਨ ਲੱਗੇ ਭਾਈ ਪਕੌੜੇ ਵੇਚ ਆਇਆ? ਮੈਂ ਕਿਹਾ ਹਾਂਜੀ। ਕਿੰਨੇ ਪੈਸੇ ਬਚੇ ਆ? ਮੈਂ ਕਿਹਾ ਜੀ 7 ਰੁਪਏ। ਕਹਿੰਦੇ ਦੇ ਦੇ ਉਰੇ। ਮੈਂ ਕਿਹਾ ਲਓ ਜੀ। ਤੇ ਢਿੱਡ 'ਚ ਮੇਰੇ ਪਤਾ ਕੀ ਹੈ, ਮੈਂ ਕਿਹਾ ਚੰਗੇ ਕੰਮੇ ਲਾਇਆ ਬਈ। ਤੇ ਸ਼ਾਮ ਨੂੰ 7 ਰੁਪਏ ਨਿਆਣਿਆਂ ਜੋ ਬਚੇ ਵੀ ਸੀ ਤੇ ਉਹ ਵੀ ਪੀਰ ਨੇ ਲੈ ਲਏ। ਲੇਕਿਨ ਇਹ ਨਹੀਂ ਸੀ ਕਿ ਯਾਰ ਕੀ ਹੋਵੇਗਾ। ਸਵੇਰ ਨੂੰ ਫੇਰ ਪਕੌੜੇ ਵੇਚੇ ਤੇ ਡਿਊਟੀ ਕੀ ਲੱਗੀ ਵੀ ਸਵੇਰੇ ਪਕੌੜੇ ਵੇਚਣੇ ਆ ਤੇ ਸ਼ਾਮ ਨੂੰ ਇੱਥੇ ਆਉਣਾ। ਤੜਕੇ ਮੰਡੀ ਜਾਣਾ, ਸੌਦਾ ਲੈ ਕੇ ਵੇਚਣਾ, ਆਣ ਕੇ ਪਕੌੜੇ ਘਰ ਦੀ ਨੇ ਅੱਧੇ ਕੁ ਕੱਢੇ ਹੋਣੇ, ਅੱਧੇ ਕੁ ਮੈਂ ਆਣ ਕੇ ਨਾਲ ਕਢਾਉਣੇ, ਲੈ ਕੇ ਤੁਰ ਕੇ ਤੁਰ ਪੈਣਾ। ਕਈ ਵਾਰੀ ਦੁਪਹਿਰ ਨੂੰ ਇੱਕ ਮੇਰੀ ਸਾਥੀ ਬੇਰੀ ਆ ਜੁਆੜ 'ਚ, ਉੱਥੇ ਦੁਪਹਿਰ ਨੂੰ ਜਾ ਕੇ ਛਾਬੜੀ ਰੱਖ ਕੇ ਤੇ ਰੋਣਾ ਬੇਰੀ ਥੱਲੇ ਬਹਿ ਕੇ ਤੇ ਪੀਰ ਨੇ ਮੈਨੂੰ ਕਿਹੜੇ ਕੰਮੇ ਲਾਤਾ। ਲੋਕਾਂ ਦੇ ਸੌਣ ਦਾ ਵੇਲਾ ਤੇ ਮੇਰੇ ਜਾਣ ਦਾ ਵੇਲਾ ਧੁੱਪੇ ਸੁਣਨ ਦਾ। ਉਸ 7 ਸਾਲ 5 ਮਹੀਨੇ ਤੋਂ ਬਾਅਦ ਤੈਨੂੰ ਪੁੱਛਣ ਲੱਗੇ ਭਾਈ ਕੀ ਬਚਿਆ? ਮੈਂ ਕਿਹਾ ਸਰਕਾਰ ਉਦੋਂ ਮਿਰਚਾਂ ਮੁਰਚਾਂ ਮਹਿੰਗੀਆਂ ਹੋਈਆਂ ਸੀ। ਮਿਰਚਾਂ ਮੈਂ ਜਾ ਕੇ ਦਿਖਾਤਾ। ਮੈਂ ਕਿਹਾ ਜੀ 1 ਰੁਪਈਆ ਬਚਿਆ। ਕਹਿੰਦੇ ਛੱਡ ਦੇ, ਛੱਡ ਦੇ ਪਕੌੜੇ ਵੇਚਣੇ। ਮੈਂ ਜੀ ਕੀ ਕਰਾਂ, ਇਹ ਕੁਝ ਵੀ ਨਾ ਕਰਿਆ ਕਰ। ਮੈਂ ਹੈਰਾਨ ਪਰੇਸ਼ਾਨ ਹੋ ਗਿਆ। ਮੈਂ ਕਿਹਾ ਠੀਕ ਹੈ ਜੀ ਕੁਝ ਨਹੀਂ ਕਰਦਾ। ਇੱਕ ਮੇਰਾ ਬਹੁਤ ਪਿਆਰਾ ਜਿਹਾ ਮੌਸਮ, ਮੈਂ ਕਹੂੰਗਾ ਅੱਲਾ ਦਾ ਭਲਾ ਕਰੇ, ਕੋਲ ਬੈਠਾ ਸੀ, ਉਹਨੇ ਮਸ਼ਵਰਾ ਦੇ ਦਿੱਤਾ। ਸਰਕਾਰ ਜੋ ਕਹਿੰਦੇ ਤੂੰ ਕੁਝ ਨਾ ਕਰੇਗਾ, ਠੀਕ ਆ ਨਹੀਂ ਕਰਦਾ ਜੀ। ਉਹ ਕਹਿੰਦਾ ਜੀ ਤੁਸੀਂ ਤਾਂ ਏਦਾਂ ਕਰੋ, ਇਹਨੂੰ ਕੋ ਪਿਆਲੀਆਂ ਗਲਾਸ ਵੇਚਿਆ ਕਰੇ। ਬਾਬਾ ਜੀ ਸਰਕਾਰ ਕਹਿੰਦੇ ਅੱਛਾ ਭਾਈ ਤੂੰ ਪਿਆਲੀਆਂ ਗਲਾਸ ਵੇਚ ਲਿਆ ਕਰ। ਮੈਂ ਕਿਹਾ ਠੀਕ ਆ ਜੀ। ਉਹ ਤੁਹਾਡੀਆਂ ਭਾਈ ਟੁੱਟੀਆਂ ਜੁੱਤੀਆਂ, ਟੁੱਟੇ ਗਲਾਸ, ਟੁੱਟੀਆਂ ਪਿਆਲੀਆਂ, ਉਹ ਲੋਹਾ ਲੈ ਲੜ ਗਏ। ਲੋ 8 ਸਾਲ ਉਹ ਵਿੱਚ ਉਸ ਭਰਾ ਦੀ ਮਿਹਰਬਾਨੀ ਨਾ ਉਹ ਨਾ ਕਹਿੰਦਾ ਤੇ ਭਾਈ ਖਰਿਆ ਮੈਨੂੰ ਕੀ ਸਰਕਾਰ ਨਾਇਤ ਕਰ ਦਿੰਦੇ ਤੇ ਅਲਹਮਦੁਲਿਲਾ ਜੋ ਮੈਨੂੰ ਦੇ ਗਏ ਨੇ। ਮੈਂ ਕਹਿੰਦਾ ਮੇਰੇ ਵਰਗਾ ਖੁਸ਼ਕਿਸਮਤ ਕੋਈ ਨਹੀਂ। ਇਹ ਨਹੀਂ ਕਿ ਲੰਗਰ ਲੇਟ ਹੈ ਤੇ ਟਾਈਮ ਜ਼ਾਇਆ ਕਰਨਾ। ਮੁਰਾਦ ਇਹਦੀ ਇਹ ਹੈ ਕਿ ਰਾਵੀ ਤੋਂ ਰਵਾਇਤ ਤੁਸੀਂ ਖੁਦ ਸੁਣੋ। ਅਗਰ ਮੇਰਾ ਵਾਸਤਾ ਵਿੱਚ ਆ ਜਾਏਗਾ ਤੇ ਤਬਕਾ ਸਨਦ ਜਿਹੜਾ ਉਹਦੇ ਵਿੱਚ ਇੱਕ ਰਾਵੀ बढ़ ਜਾਏਗਾ। ਉਸ ਰਾਵੀ ਤੋਂ ਸੱਚ ਔਰ ਝੂਠ ਦਾ ihtimal ਹੈ। ਹਦੀਸ ਦੇ ਵਿੱਚ ਇਸੇ ਤਰ੍ਹਾਂ ਹੋਇਆ ਨਾ, ਤਬਕਾ ਸਨਦ 'ਚ ਇੱਕ ਰਾਵੀ बढ़ ਗਿਆ, ਇੱਕ ਤਬਕਾ बढ़ ਗਿਆ। ਲੇਕਿਨ ਮੈਂ ਤੁਹਾਨੂੰ ਰਾਵੀ ਤੋਂ ਜਿਸਨੇ ਬਰਾਏ ਰਾਸਤ ਜਿਹਦੇ ਨਾਲ ਬੀਤੀ ਹੈ ਉਹਦੇ ਕੋਲੋਂ ਸੁਣਾਇਆ ਤਾਂ ਕਿ ਤੁਸੀਂ ਬਰਾਏ ਰਾਸਤ ਉਸ ਰਾਵੀ ਤੋਂ ਮੁਸਤਫੀਦ ਹੋ। ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਜੀ ਭਾਈ ਮਕਬੂਲ ਕੋਲੋਂ ਆਪਣੇ ਕੰਨਾਂ ਨਾਲ ਸੁਣਿਆ, ਉਹਨਾਂ ਨੇ ਆ ਗੱਲ ਕਹੀ, ਠੀਕ ਹੈ ਨਾ। ਅੱਗੇ ਤੁਸੀਂ ਕਹਿਣਾ ਸੀ ਮੈਂ ਪੀਰ ਜ਼ਫਰ ਸ਼ਾਹ ਕੋਲੋਂ ਸੁਣਿਆ, ਉਹਨਾਂ ਭਾਈ ਮਕਬੂਲ ਕੋਲੋਂ ਸੁਣਿਆ, ਭਾਈ ਮਕਬੂਲ ਦੇ ਨਾਲ ਬੀਤੀ ਸੀ। ਹੁਣ ਜਿਸ ਬੰਦੇ ਨਾਲ ਬੀਤੀ ਹੈ ਉਹਨੇ ਬਰਾਏ ਰਾਸਤ ਰਾਵੀ ਨੇ ਆਪਣੀ ਰਵਾਇਤ ਬਿਆਨ ਕੀਤੀ ਹੈ, ਲਿਹਾਜ਼ਾ ਇਹਦੇ ਚ ਕਿਜ਼ਬ ਦਾ ਇਮਕਾਨ ਨਹੀਂ ਹੈ। ਬਰਾਏ ਰਾਸਤ ਰਾਵੀ ਤੋਂ ਸੁਣੀ, ਇਸ ਵਾਸਤੇ ਮੈਂ ਬਰਾਏ ਰਾਸਤ ਇਹ ਕਰਾਮਤਾਂ ਬਿਆਨ ਕਰਨੀ ਬਜਾਏ ਨਾ ਜਿਨ੍ਹਾਂ ਲੋਕਾਂ ਨੇ ਬੀਤੀਆਂ ਮੈਂ ਕੋਸ਼ਿਸ਼ करता कि वो खुद आके सुनान। रब्त मिल्लत से है तरह कुछ नहीं, मौज है दरिया में बैरून दरिया कुछ नहीं। वेख पराई चौपड़ियां ना तरसावी जी, बड़े बड़े पीर सोने हैं। हजरत दाता गंज बख्श अजमेरी रहमतुल्लाह अलैह, हजरत बाबा साहब साढ़े सिलसिले दरिए, हजरत इमाम बरी साहब रहमतुल्लाह अलैह। सिंध चले जाओ
इला माशाल्लाह शहबाज कलंदर साहब सिंध की बड़ी हस्ती ने। मैं जाना सिंध, मैं कदी नहीं गया। जिस दिन मैंने मेरे पेशवा को इजाजत हो कि शहबाज साहब जाओ, उस दिन जावांगे। दाता साहब जाते रहे हैं मुरीद होने तो पहले, उस तो बाद कॉलेज लाइफ आ गई, फिर मुरीद होए। जो बाबा सरकार ने फरमाया कि जाया कर उत्थे दाता साहब, गए भी जाई रहा सी दाता साहब, तो कोई हाल भी नहीं पूछता सी, क्या हाल सुनावा दिल दा, कोई महरम राज ना मिलता, कोई भी नहीं होंदा सी उत्थे। लेकिन जो बाबा सरकार ने फरमाया, उदों एक बाबा जी होंदे सन, बारिश सफेद दाड़ी उन्होंने कठिया जिसम, दरमियाना कद, न बहुता लंबा न बहुता उच्चा, चढ़ाई का ज्यादा, गठिया जिसम। उन्होंने अपना पटका जिथे ख्वाजा साहब रहमतुल्लाह अलैह दा गुजरा इतकाफ है, उन्होंने उत्थे उहदे नाल ना इस तरह करके पटका रखा। मेरी आदत सी कि मैं मगरब तो मगरब की नमाज उत्थे पढ़नी है, इशा की नमाज पढ़ के उतों ना निकलना, एक रूटीन बनाई सी मैं। लेकिन जो बाबा सरकार ने फरमाया, फिर मैं जाना शुरू किया। उन्होंने इस तरह रखा होना, पहली दफा मैं जाके जिस सलाम किया ना दादा साहब ने, वो पिछों उठे तो उन्हें पिछों मेरी पढ़ के कमीज खिंची है, मैं पिछल खुरी पिछे जो मुड़े रहा तो हुजरे की पास आया मैं, तो उन्होंने वाल मेरी बैग सी कमर, तो इस तरह करके ना मेरी पिछों कमीज खिंची। बंदा मैं सारा कौड़ी तबीयत का सी, इस चीज़ में मैं बुरा महसूस करते साढ़े खानदान च उधर ननहाल दे कि एक दूसरे के कपड़े फड़ के मुतवजो किया जाए। तो मैं ना कमीज छड़ा ली, उन्हें फिर कमीज फड़ के ना गुचका दिता। मैं बड़े कुछ पिछे मुड़े, मैं कौन एडा पिछों खींचता, दिल च मेरे हुई। तो बाबा जी मैंने कहते जुबान तो नहीं बोले, कोल बिठा लिया। मैं अभी जेब चो ना निक्की जी कोई तस्वीर कढ़ी, बाबा ने दसी सी, मैं अपनी फेरनी शुरू करती। इशा का टाइम हो गया, इशा का टाइम हो गया। मैं अभी जेब चो ना निक्की जी कोई तस्वीर कढ़ी, बाबा ने दसी सी, मैं अपनी फेरनी शुरू करती। ठीक सफा लग गई है, नमाज पढ़ी, पढ़ के फारग हो गया। मैं कहा 6 साल मैं तकरीबन उत्थे 1.25 साल जाता रहा। मेरे नाल उन्हें कभी गल नहीं की, कलाम नहीं किया, इशारे नाल मैंने कहना। मैंने भी पता होता कि मेरी जगह रखी हुई है बाबे होरां ने, ते मैं उत्थे जाके बहना। गुजर गया वक्त, गुजर गया, FSC कर ली, वालदा बहुत हो गए, उस तो बाद फैसलाबाद आ गया, BSc हो गई। मैं एक दिन बाबा जी ने पूछा, मैं कहा इस तरह करके मैं दादा साहब जाता हूँ तुहाडे फरमान के मुताबिक, तो सरकार उत्थे ना बाबा जी मैं कहा सरकार उत्थे बाबा जी होंगे सन, वो मैंने नाल बा लेंदे होंदे सी, ते नाल उन्हें अपने तस्बीह फेरते रहना, नाल मैं अपनी फेरते रहना। तो मेरे ना कभी उन्होंने मैनू हैलो हैलो कभी नहीं किया, कभी नाम नहीं दसिया अपना, कभी मेरा नहीं पूछा तू कित्थों आंदा। वो थोड़ा जिहा असीं भी दिमाग दे मोटे सी, असीं भी नहीं उन्होंने पूछा बाबा जी तुसीं कौन हो, रोज़ मेरी जगह रख के बहते हो हर जुमेरात। मैं भी नहीं पूछा, उन्हें भी नहीं दसिया। मैं बाबा जी मैं कहा इस तरह करके उत्थे एक ना बाबे हरीनाथ जी की मैं दाड़ी सी, इस तरह जिसम सी, मेरी जगह रख के खब्बे पासे मैंने पाना हुजरे दे नाल। फरमांदे ने मुस्कुरा पे, वो भाई कोई होएगा, कोई होएगा होने वाला, पता नहीं कौन सी। और मैं कहा नहीं सरकार तुम दसो तो सही, जे तुहानू कोई पता है कौन सन बाबे जी, पता नहीं। मैं मुड़ के मैं बड़ी दफा दारा साहब गया, मैनू कोई नजर नहीं आए। वो कहते यार तेनू चस्का नहीं लगता सी इधरले पासे का, तेनू चाटे लाना सी। असीं रिक्वेस्ट की
ਦਰਖਾਸਤ ਪੇਸ਼ ਕੀਤੀ ਕਿ ਹਜ਼ੂਰ ਬੱਚਾ ਇੰਜ ਕਰਕੇ ਹੈ ਤੇ ਭਾਈ ਅਹਿਮਦ ਅੱਛਾ ਮੇਰੇ ਕੋਲ ਭੇਜ ਦਿਆ ਕਰ। ਤੇ ਭਾਈ ਉਹ ਆਪੇ ਹੀ ਤੇਰੀ ਜਗ੍ਹਾ ਆਪੇ ਹੀ ਰੱਖਦੇ ਹੁੰਦੇ ਸਨ, ਆਪੇ ਹੀ ਤੇਰੇ ਨਾਲ ਬਹਿ ਕੇ ਕਰਦੇ ਹੁੰਦੇ। ਮੈਂ ਕਿਹਾ ਤੁਸੀਂ ਮੈਨੂੰ ਪਹਿਲਾਂ ਦੱਸ ਦੇ, ਤੁਸੀਂ ਮੈਨੂੰ ਪਹਿਲਾਂ ਕਿਉਂ ਦੱਸਿਆ? ਮੈਂ ਉਹਨੂੰ ਆਪ ਪੁੱਛਦਾ ਮੈਂ BSc ਚ ਕਿੰਨੇ ਨੰਬਰ ਲਾਂਗਾ, ਮੈਂ MSc ਕਰਾਂਗਾ ਕਿ ਨਹੀਂ। ਮੈਂ ਉਹਨੂੰ ਪੁੱਛਦਾ ਕਿ ਮੈਂ ਹੁਣ MSc ਕਰਦਾ ਕਿ ਨਾ, ਅੱਗੇ ਮੇਰੀ BE ਹੋਏਗੀ ਕਿ ਨਹੀਂ, ਬੈਚਲਰ ਆਫ ਇੰਜੀਨੀਅਰਿੰਗ। ਆਪ ਫਰਮਾਦੋ ਭਾਈ ਵਾਲੀ ਗੱਲ ਹੈ ਜਿਹੜੀ ਬਾਅਦ ਫਰਮਾਇਆ ਗੱਲ ਸੀ, ਫਲਾਂ ਥੋਕਦਾ ਉੱਲੂ ਦਾ ਕੰਨ ਹੈ BSc ਦਾ ਪੁੱਤਰ। ਉਹ ਮੈਂ ਤੈਨੂੰ ਕੁਝ ਹੋਰ ਬਣਾਉਣਾ ਚਾਹੁੰਦਾ, ਤੂੰ 20 ਦੀ ਉਹਦੇ ਚ ਵੜੀ ਜਾਂਦਾ। ਮਕਸਦ ਕਹਿੰਦਾ ਇਹ ਪੀਰ ਦੀ ਮਰਜ਼ੀ ਹੁੰਦੀ ਹੈ, ਲੋੜ ਨਹੀਂ ਪੈਂਦੀ। ਇੱਕ ਦਰਦਾ ਬਣ ਕੇ ਹੋ ਜਾਵੇ ਬੰਦਾ, ਫਿਰ ਨੂੰ ਦਰ ਮੰਗਣ ਦੀ ਲੋੜ ਨਹੀਂ ਪੈਂਦੀ। ਮੈਂ ਆਇਆ ਸਿੱਧੋ, ਮੈਨੂੰ ਕਹਿੰਦੇ ਜੀ ਉੱਥੇ ਸ਼ਬਾਜ਼ ਕਲੰਦਰ ਗਿਆ। ਮੈਂ ਕਿਹਾ ਯਾਰ ਮੇਰਾ ਆਪਣਾ ਸ਼ਬਾਜ਼ ਕਲੰਦਰ ਕਾਫੀ ਹੈ। ਇਹ ਜੀ ਉੱਥੇ ਆਪਣਾ ਰੋਡ ਤੋਂ ਗੁਜ਼ਰਦੇ ਸਨ, ਉਹਨਾਂ ਦਾ ਭਾਈ ਨਾ ਨਾਤੇ ਉਤੋਂ ਨਹਾਈਏ ਨਾ, ਵਰਜੀ ਬਿਨੋ ਖਾਈਏ ਨਾ ਜੀ, ਵਰਜੇ ਬਿਨੋ ਖਾਈਏ ਨਾ, ਕੋਈ ਵਰਜ ਕੇ ਅੱਗੇ ਸਾਹਮਣੇ ਰੱਖੇ ਫਿਰ ਮੂੰਹ ਪਾਈਏ, ਠੀਕ ਹੈ ਨਾ। ਖਾਦੇ ਉਤੋਂ ਖਾਈਏ ਨਾ, ਬਿਨ ਬੁਲਾਏ ਜਾਈਏ ਨਾ, ਐਵੇਂ ਉੱਥੇ ਭੱਜ ਫਿਰੋ। ਕੀ ਹੈ ਜੀ, ਮੇਲਾ ਆ ਗਿਆ ਜੀ ਸ਼ਬਾਜ਼ ਕਲੰਦਰ ਸਾਹਿਬ ਦਾ, ਭੱਜੇ ਜਾਓ, ਇੱਧਰ ਮੋਢੇ ਇੱਧਰ ਮੋਢੇ ਇੱਧਰ ਮੋਢੇ ਇੱਧਰ ਮੋਢੇ, ਮੋਢੇ ਬਣਾ ਕੇ ਆ ਜਾਓ। ਜਿਹੜੇ ਅੰਨੇ ਨੇ ਉਧਰੋਂ ਮੈਂ ਕਹਿੰਦਾ ਦੱਸੋ ਕੀ ਲੈ ਕੇ ਆਏ ਹੋ, ਕੁਛ ਲੱਭਾ? ਘਰ ਵਾਲਾ ਵੇਖਿਆ ਨਹੀਂ, ਵਿਹਲੇ ਆ ਗਏ ਹੋ, ਕਿਆ ਫਾਇਦਾ। ਇਸ ਵਾਸਤੇ ਭਾਈ ਮੇਰਿਆ ਆਉਣ ਦਾ ਫਾਇਦਾ ਤਾਂ ਇਹ ਹੈ, ਇਮਾਮ ਬਰੀ ਸਾਹਿਬ ਚਲੇ ਜਾਓ, ਬਰੀ ਇਮਾਮ ਸਾਹਿਬ ਚਲੇ ਜਾਓ, ਉੱਥੇ ਕੀ ਹੈ, ਬਜ਼ੁਰਗ ਨੇ, ਲੇਕਿਨ ਤੁਹਾਨੂੰ ਕੀ ਮਿਲੇਗਾ? ਜਦੋਂ ਲੱਭਦਾ ਹੈ ਆਪਣੇ ਪੀਰ ਦੇ ਜ਼ਰੀਏ ਲੱਭ, ਕਿਸੇ ਕੋ ਗੱਲ ਕੀ ਯਾਦ ਰੱਖਣਾ, ਜਦੋਂ ਲੱਭਦਾ ਕੋਲੋਂ ਲੱਭਦਾ, ਕਿਤੇ ਵੀ ਚਲੇ ਜਾਓ, ਕਿਤੇ ਵੀ ਕੱਲ ਇੱਕ ਬੰਦਾ ਸ਼ੇਖ ਕੋਲ ਚਲੇ ਜਾਓ, ਕਿਸੇ ਕੋਲ ਚਲੇ ਜਾਓ, ਜਦੋਂ ਲੱਭਦਾ ਆਪਣੇ ਮਦੀਨਾ ਪਾਕ। ਮੈਨੂੰ ਕੱਲ ਇੱਕ ਬੰਦਾ ਟੱਕਰਿਆ, ਨਹੀਂ ਕੱਲ ਨਹੀਂ ਪਿਛਲੇ ਦਿਨੋਂ, ਉਹ ਕਹਿੰਦਾ ਜੀ ਮੈਂ ਉੱਥੇ ਮਦੀਨਾ ਪਾਕ ਗਿਆ, ਉੱਥੇ ਸਰਕਾਰ ਪੀਰ ਦਿਲਸ਼ਾਦ ਸਾਹਿਬ ਅੱਲਾ ਰਹਿਮਤ ਦੇ ਨਾਲ ਮੇਰੀ ਮੁਲਾਕਾਤ। ਸਰਕਾਰ ਨੇ ਮੈਨੂੰ ਖੜੇ ਕਰਕੇ ਮੇਰਾ ਹਾਲ ਚਾਲ ਪੁੱਛਿਆ, ਤੇਰਾ ਕੀ ਹਾਲ ਹੈ। ਮੇਰੇ ਘਰਦਿਆਂ ਦੇ ਨਾਂ ਲਿੱਤੇ, ਮੇਰੇ ਬੱਚਿਆਂ ਦੇ ਨਾਮ ਲੈ ਕੇ, ਜਿਸ ਤਰ੍ਹਾਂ ਪੁੱਛਦੇ ਹੁੰਦੇ ਸਨ, ਫਲਾਣੇ ਦਾ ਕੀ ਹਾਲ ਹੈ, ਫਲਾਣੇ ਮੁੰਡੇ ਦਾ ਕੀ ਹਾਲ ਹੈ, ਫਲਾਣੇ ਦਾ ਬੱਚੇ ਦਾ ਕੀ ਹਾਲ ਹੈ, ਕੁੜੀ ਦਾ ਕੀ ਹਾਲ ਹੈ, ਉਹਦੇ ਬੱਚੇ ਦਾ, ਸਾਰਿਆਂ ਦੇ ਮੈਨੂੰ ਹਾਲ ਅਹਵਾਲ ਪੁੱਛ ਕੇ ਤੇ ਫਿਰ ਮੈਨੂੰ ਜਾਣ। ਇਹ ਹੁਣ ਇਸ ਉਮਰੇ ਦੀ ਗੱਲ ਹੈ, ਪੇਸ਼ਵਾ ਦੇ ਜ਼ਰੀਏ ਲੱਭ। ਇਸ ਵਾਸਤੇ ਭਾਈ ਜੋ ਲੱਭਦਾ ਆਪਣੇ ਹਮੀਦ ਆਪਣੇ ਪੇਸ਼ਵਾ ਦੇ ਜ਼ਰੀਏ ਲੱਭਦਾ। ਅਮਜਦ ਸਿਆਲਵੀ ਇਹਨੂੰ ਕਿਹਾ ਤੂੰ ਮੁਰੀਦ ਹੋ ਜਾ, ਹਮੀਦ ਸਿਆਲਵੀ ਸਾਹਿਬ ਦਾ ਮੁਰੀਦ ਹੈ, ਮੇਰੇ ਨਾਲ ਇਹਦੀ ਮੁਹੱਬਤ ਹੈ। ਇੱਕ ਬੰਦਾ ਆਇਆ, ਉਹਨੂੰ ਕਿਹਾ ਤੂੰ ਮੁਰੀਦ ਹੋ ਜਾ ਪੀਰ ਜ਼ਫਰ ਸ਼ਾਹ ਦਾ। ਇਹਨੂੰ ਖਿੱਚ ਖਿਚਾ ਕੇ ਜਣੀ ਕਿਤੇ ਮੁਰੀਦ ਹੈ, ਬੰਦੇ ਨੂੰ ਬੰਨ ਕੇ ਨਹੀਂ ਲੱਗਿਆ ਸੁੱਟ ਦੇਈਦਾ ਸ਼ੇਰ ਦੇ ਖਾਲਾ ਵੀ। ਇਹਨੂੰ ਮੇਰੇ ਅੱਗੇ ਪੇਸ਼ ਕਰਤਾ। ਮੈਂ ਕਿਹਾ ਯਾਰ ਤੂੰ ਅੱਗੇ ਵੀ ਕਿਤੇ ਮੁਰੀਦ ਹੈ? ਨਹੀਂ ਕਿ ਜੀ ਮੈਂ ਹਮੀਦ ਸਿਆਲਵੀ ਸਾਹਿਬ ਦਾ ਮੁਰੀਦ ਹਾਂ। ਮੈਂ ਕਿਹਾ ਵੀ ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਮੈਂ ਉਹਨਾਂ ਦੇ ਹੱਥਾਂ 'ਚੋਂ ਹੱਥ ਕੱਢ ਕੇ ਆਪਣੇ ਹੱਥ 'ਚ ਲੈ ਲਵਾਂ? ਤੂੰ ਮੇਰੀ ਸਹੇਲੀ ਦਾ ਪੁੱਤਰ ਹੈ, ਆਪਣੇ ਪੁੱਤਰ ਨਾਲੋਂ ਸਹੇਲੀ ਦਾ ਪੁੱਤਰ ਬਹੁਤ ਅਜ਼ੀਜ਼ ਹੁੰਦਾ। ਆਪਣੇ ਪੁੱਤਰ ਨਾਲੋਂ ਸਹੇਲੀ ਦਾ ਪੁੱਤਰ ਜ਼ਿਆਦਾ ਅਜ਼ੀਜ਼ ਹੁੰਦਾ। ਆਪਣੇ ਪੁੱਤਰ ਨੂੰ ਤਾਂ ਕਦੀ ਝਿੜਕ ਵੀ ਲਈਦਾ, ਸਹੇਲੀ ਦੇ ਪੁੱਤਰ ਨੂੰ ਝਿੜਕੀਦਾ, ਝਿੜਕ ਵੀ ਨਹੀਂ ਹੁੰਦਾ, ਉਹਦੇ ਨਾਲ ਪਿਆਰ ਹੀ ਹੁੰਦਾ, ਠੀਕ ਹੈ ਨਾ। ਮੈਂ ਕਿਹਾ ਭਾਈ ਫੈਜ਼ ਇਨਸ਼ਾਅੱਲਾ ਲੱਭੇਗਾ, ਲੇਕਿਨ ਲੱਭੇਗਾ ਤੇਰੇ ਪੀਰ ਦਾ ਹੀ, ਫੈਜ਼ ਆਪੀ ਮਿਲੇਗੀ, ਲੇਕਿਨ ਲੱਭੇਗੀ ਤੇਰੇ ਪੀਰ ਦੇ ਥਰੂ, ਜਦੋਂ ਇਸ਼ਾਰਾ ਹੋਏਗਾ। ਪੀਰ ਦੇ ਨਜ਼ਦੀਕ ਆਪਣੇ ਪੀਰ ਕੋਲ ਨਹੀਂ ਲੱਭਦਾ, ਬਾਹਰੋਂ ਨਹੀਂ ਲੱਭਦਾ, ਐਵੇਂ ਲੋਕ ਟਕਰਾ ਮਾਰਦੇ ਫਿਰਦੇ ਆ, ਮੁਫਤ ਭਾਵੇਂ ਜਿੱਤੀ ਮਰਜ਼ੀ ਪਾਉਂਦੇ। ਹੁਣ ਇਹਦੀ ਮੁਹੱਬਤ ਮੇਰੇ ਨਾਲ, ਲੋਕ ਕਹਿੰਦੇ ਅਮਜਦ ਸਿਆਲਵੀ ਜਿਹੜਾ ਉਹ ਪੀਰ ਜ਼ਫਰ ਸ਼ਾਹ ਦਾ ਮੁਰੀਦ ਹੋ ਗਿਆ। ਅਮਜਦ ਅਜੇ ਪਰ
میری جمعۃ الوداع کی گل ہے. لوگ کہتے جی امجد سیالوی پیر ظفر شاہ کا مرید ہو گیا. نہیں, کلیئر کر لو. امجد سیالوی میں یہ محبت کرتا ہے, میرے نال محبت صاحب کا ہی مرید ہے, لیکن میرے نال پیار ہے. میں یہ محبت کرتا ہے, میرے نال محبت. شاہ صاحب فرماتے ہاں فریدی ہاں میں صابری, یہ سیالوی ہے, میں چشتی ہے. بابا پیر شاہ صاحب فرماتے ہاں فریدی ہاں میں صابری. جیسے کو برادری دے ہیں بھائی, یہ ملک ہوئے گا. میری چشتی نظامی ہے برادری, جیسے کو برادری دے ہیں بھائی. یہ میرا بھرا ہے, میں واسطے سید ہوگا گا. یہ نظامی ہے, میں چشتی صابری ہے. یہ میرا بھرا ہے, میں یہی سارے درمیان مواقع. اس واسطے بھائی جو لبدا ہے مواخات اور کی چیز ہے. مواخات اسی چیز کا نام ہے کہ بھائی بھائی ہے. بھائی جو لبدا ہے اپنے پیشوا تو لبدا ہے. مت گمان کرو کہ فلانے پاسے چلے جاؤ, فلانے پاسے چلے جاؤ, فلانے پاسے چلے جاؤ, فلاں پاسے چلے جاؤ, فلاں آسمان تے اڈتا پھردا. میرے کول کوئی آجوے اڈدا آسمان تھی, آکھے کہ اپنے پیر نو چھڈ کے میری من لے. میں آکھاں گا نہیں, میرا پیر جداں دا بھی سی میرا پیر سی. اور میری یہ خوش بختی ہے کہ میں اپنے پیر دے ہاتھ اتنے بیعت ہوئے. جنہیں سون پتھر نو لوہے نو نال لا کے نہ میں کسی مریض نو روکنا کہ فلانے پیر کو جا یا نہ جا, کر یا نہ کر. ہوں جنہوں مرضی لب دے پھرو, میں نہیں روکتا. نہ میں کسی مریض نو روکنا کہ فلانے پیر کو جا یا نہ جا, کر یا نہ کر. ماتے مان کر لا یستوی اصحاب النار واصحاب لوگ اپنا پیر اپنا. لا يستوي أصحاب النار لو أنزلنا هذا القرآن على جبل لرأيته خاشعا متصدعا من هذا القرآن على جبل لرأيته خاشعا تفكرون. هو الله الذي لا إله إلا هو عالم الغيب والشهادة هو الرحمن الرحيم. هو الله الذي لا إله إلا هو الملك القدوس السلام. هو الله الذي لا إله إلا هو سبحان الله عما يشركون. هو الله القوي الحسن يسبح له ما في السماوات والأرض وهو هو الله القوي الحسن يسبح له ما في السماوات. ایک بھی اعلان ہے بیبیاں واسطے. ختم. ایک بھی اعلان ہے بیبیاں واسطے خاص طور تے ہدایت ہے کہ سٹیج تے آنا دوران محفل انہاں واسطے منع. سٹیج دے پیچھے آن یا سٹیج دے سامنے آن, سلام کرن واسطے آن یا کوئی پڑھیا پیش کرن واسطے آن, یہ انہاں واسطے پابندی ہے. بابا جی سرکار نے مینوں یہ فرمایا سی میری تیاں نو میرے کول آن تو نہ روکی. میں نہیں روکدا, لیکن میں اپنے تک سٹیج تے آن تے ضرور روکاں گا تاکہ حجاب. میں نہیں روکدا, لیکن میں اپنے تک سٹیج تے آن تے ضرور روکاں گا تاکہ حجاب خواتین نو التماس کرن. ادھر جا کے لکھ لو ایک بندہ, ایتھے ایک بی بی نو لکھا دیو, لکھا کے پیش کر دیو خواتین نو التماس کرن. ادھر جا کے لکھ لو ایک بندہ, ایتھے ایک بی بی نو لکھا دیو, لکھا کے پیش کر
خواتین جڑیاں وہ برسر عام سٹیج تے آن یا پنڈال دے وچ آن یا پنڈال چوں گزرن مرداں دے وچوں گزرن، یہ خلاف شرع شریف ہے. اس واسطے پنڈال چوں گزرن مرداں دے وچوں گزرن یہ خلاف. اور بھیناں نال بھی جڑا نا میری بھیناں نے پیر بھیناں جو ہوئی ہیں میری پیر بھیناں جو ہوئی تے ابے نو شاید انہیں گسا نہیں ہوں، برا بہتا گسا کرتے ہوں. نہیں گسا نہیں ہوں، برا بہتا گسا کرتے ہوں. دھی چلی بھی گئی نا اور تھوڑا کہنا چل ہو کوئی گل نہیں یار، کوئی گل نہیں، حوصلہ حوصلہ حوصلہ. تے برا جڑے انہیں بہتا کرنا ہاں دھی چلی بھی گئی نا اور تھوڑا کہنا چل ہو کوئی گل نہیں یار، کوئی گل نہیں، حوصلہ حوصلہ حوصلہ. تے برا جڑے انہیں بہتا کرنا ہاں یہ اتنے کیوں گئی سی، اتنے پٹھی تے کی لین گئی. ابے نے کہنا پتر پرانے بیان ہوئے ابیا چ حوصلہ ہوں ہے نا. تو پھر سمجھو پھر وہی گل ہے، پھر وہی گل ہے سمجھو. پھر جڑی آئی نا پھر جڑی آئی نا کیوں بھی بھائی ذوالفقار ٹھیک ہے نا. اس واسطے بابا ہی سرکار سن نا وہ در گزر کر دیں سن. باپ جڑے ہیں انہوں چ وصف بڑے ہوں، ظرف بڑے ہوں، وہ در گزر تو کام لیندے ہیں، معافی تو کام لیندے ہیں، وہ در گزر تو کام لیندے ہیں. وصف بڑے ہوں، ظرف کیوں بھائی بشیر پڑھا کداں دے ہوں، سخت دل ہوں، تھوڑے کوڑے ہوں. تو میں پیر بھائی کیوں بھائی بشیر پڑھا کداں دے ہوں، سخت دل ہوں، تھوڑے کوڑے. جڑا نا اسی کوشش یہ کر رہے ہیں کہ دربار دے وچ بھی نا پارٹیشن ہو جائے عورتوں واسطے، تاکہ یہ آسانی دے نال بیٹھ کے اپنا پڑھ سکن، اتنے کوئی انہوں ڈسٹربنس نہ ہو اس قسم واسطے، تاکہ یہ آسانی دے نال بیٹھ کے اپنا پڑھ سکن. بیت اللہ شریف جائیے کوئی کسی نو ویندا، سارے زنانیاں مرد اتنے کٹھے ہوتے ہیں. مدینہ شریف دے زنانیاں مرد کٹھے ترے کرتے ہیں، ٹھیک ہے. سارے زنانیاں مرد اتنے کٹھے ہوتے ہیں، وہ بھی نہیں دیکھتا. بیت اللہ شریف جیباں کٹیاں جاندیاں نا، کٹیاں جاندیاں نا. شیطان اتنے بھی دوجا کام کرتا ہے، شیطان والے اتنے بھی آئی گا. اس واسطے بھائی بات ایسی ہے. لیکن سانو یہ چاہیے کہ اسی جو نبی کریم صلی اللہ علیہ وسلم نے ساڈے واسطے حدود اللہ قائم کرتے ہیں، اسی ان حدود و قیود کے اندر رہیے. کریم صلی اللہ علیہ وسلم نے ساڈے واسطے حدود اللہ قائم کرتے ہیں، اسی ان حدود. ٹھیک ہے. اس واسطے درخواست یہ ہے کہ نہ سمجھتے آؤ. یہ اتوں دسو جگہ رکھی ساڈے واسطے، بندہ ایک بٹھایا انہوں دسو کہ بھائی جانا لے لو اپنے حجاب دے اندر رہندے ہوئے. اور کوشش یہ کرو کہ جس وقت کہتے تشریف لے آؤ، میں بلکہ انہوں نے کہا سی برخوردار نوں کہ مینوں برقع دیں، میں آپ پا کے وکھاواں گا کیویں دا برقع ہوندا. میں انہوں کہا سی نا یوسف کدھر گیا، میں نے کہا برقع بنا کے لے آئی اتوں. نہیں جی ٹوپی والا نہیں، سادہ برقع ہوندا، وہ اس طرح رکھ کے نا ایسے پیچھے بند پہ جاندہ. ٹھیک ہے. یہ تھوڑا دوسرا جڑا نا ایسے وقت پا لیں. دیکھو کنا حجاب ہو گیا. ایسے وقت سارے پہچانتے ہو، کوئی تمہیں نہیں پہچان سکتا. عورت دیکھو، عورت کی کتنی بڑی وہ ہے کہ وہ سارے دیکھتی ہے. سلیمانی ٹوپی ہو گئی نا، بچپن پڑھتے ہوں سلیمانی ٹوپی ہوندی ہے، سر تے رکھ لیے، وہ سارے دیکھتا پھردا، انہوں کوئی نہیں ویکھدا. ایک بی بی انگلینڈ دے وچ امریکہ دے وچ صرف اتنی گل تے مسلمان ہوئی کہ میں جس وقت حجاب لے لیندی ہے ویکھدا. ایک بی بی انگلینڈ دے وچ امریکہ دے وچ صرف اتنی گل تے مسلمان ہوئی، میں اپنے آپ کو ایک قلعے دے اندر محسوس کرਦੀ ہے، اپنے آپ کو محفوظ سمجھتی ہے، سیکیور سمجھتی ہے.
تو میں چاہنا کہ ساڑیاں بیبیاں بہناں جڑیاں نے وہ بھی اسی حجاب کو اپنانے کی کوشش کریں. سبحان اللہ. بہت سارے مسائل سارے ملک حل ہو جائیں گے. حجاب جڑا کسی کام چ مانے نہیں. اگر عورت نے کمپیوٹر چلانا تو حجاب انہوں کمپیوٹر چلان تو روکتا. اگر انہیں جہاز اڑانا وہ حجاب انہوں جہاز اڑان تو روکتا. اگر انہیں کار چلانی ہے حجاب انہوں کار چلان تو روکتا. اگر انہیں جہاز میں کہنا سائیکل بھی چلانا ہوئے حجاب جڑا انہوں سائیکل چلان تو نہیں روکتا. اس واسطے درخواست یہ ہے کہ برائے کرم خواتین جی پنڈال چان تو تھوڑا جہا پنڈال بیٹھن تو گریز فرمان. پنڈال چان تو تھوڑا جہا پنڈال بیٹھن تو گریز فرمان. والضحى والليل إذا سجى ما ودعك ربك وما قلى وللآخرة خير لك من الأولى ولسوف يعطيك ربك فترضى لم يجدك يتيما فآوى ووجدك ضالا فهدى ووجدك عائلا فأغنى فأما اليتيم فلا تقهر وأما السائل فلا تنهر وأما وجدك عائلا فأغنى فأما اليتيم فلا تقهر وأما السائل أحد الله الصمد لم يلد ولم يولد ولم يكن له كفوا أحد. بسم الله الرحمن الرحيم. قل هو الله أحد الله الصمد لم يلد ولم يولد ولم يكن له كفوا أحد. بسم الله الرحمن الرحيم. قل هو الله أحد الله الصمد لم يلد ولم يولد ولم يكن له كفوا أحد. بسم الله الرحمن الرحيم. قل أعوذ برب الفلق من شر ما خلق ومن شر غاسق إذا وقب ومن شر النفاثات في العقد ومن شر حاسد إذا حسد. بسم الله الرحمن الرحيم. قل أعوذ برب الناس ملك الناس إله الناس من شر الوسواس الخناس الذي يوسوس في صدور الناس من الجنة والناس. بسم الله الرحمن الرحيم. بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم مالك يوم الدين الذين أنعمت عليهم غير المغضوب عليهم ولا الضالين. بسم الله الرحمن الرحيم. ألف لام ميم ذلك الكتاب لا ريب فيه هدى للمتقين الذين يؤمنون بالغيب ويقيمون الصلاة ومما رزقناهم ينفقون والذين يؤمنون بما أنزل إليك وما أنزل من قبلك وبالآخرة رزقناهم ينفقون والذين يؤمنون بما أنزل أولئك هم المفلحون وبالآخرة هم يوقنون أولئك على هدى من ربهم وأولئك هم المفلحون. ما كان محمد أبا أحد من رجالكم ولكن رسول الله وخاتم النبيين أبا أحد من رجالكم ولكن رسول الله وخاتم النبيين. يا أيها الذين آمنوا صلوا عليه وسلموا تسليما. اللهم صل على سيدنا مولانا محمد وعلى آل سيدنا ومولانا محمد وبارك وسلم. اللهم صل على سيدنا مولانا محمد وعلى آل سيدنا ومولانا محمد مولانا محمد وعلى آل سيدنا مولانا محمد بعدد كل ذرة 100,000 مرة. بارك وسلم وصلي عليه وسلم دائما
مولایا صلی وسلم دائما ابدا علی حبیبک محمد سید الکونین والثقلین محمد سید الکونین والثقلین والفریقین من عرب ومن عجم مولاي صل وسلم دائما ابدا على حبيبك خير الخلق كلهم هو الحبيب الذي ترجى شفاعته هو الحبيب الذي ترجى شفاعته لكل حول من الأحوال مقتحم مولاي صل وسلم دائما على حبيبك خير الخلق كلهم. امام بصیری رحمۃ اللہ علیہ والا تصور رکھیں. ہاں حضرت نبی کریم صلی اللہ علیہ وآلہ وسلم سامنے تشریف اکھا بند کروں. مراقبہ کیا چیز ہے؟ مراقبہ کیا ہے کہ جو ظاہر نہیں ہے اسے اپنے سامنے لے آنا. مراقب ہو، اکھا بند کرو اور تصور جماؤ کہ حضرت صلی اللہ علیہ وآلہ وسلم دا روضہ اقدس سرکار اپنے روضے تشریف فرما نے دائیں طرف آپ کے صحابی نے حضرت ابوبکر صدیق رضی اللہ تعالیٰ بیٹھے، بائیں طرف حضرت عمر خطاب رضی اللہ تعالیٰ بیٹھے اور اپنے صحابہ دے نال آپ جڑے نا جلوہ افروز نے. اے چپ کرو. آپ بیٹھے نے. میں اس واسطے نا مینوں پسند نہیں زیادہ مجمع چ مینوں گلاں کرنیاں پسند نہیں، نہ میں بڑے مجمع نوں پسند کرتا. چند ایک بندے ہوں 10 20 ہوں جڑے صرف سیکھن واسطے آئے ہو، کچھ لین آئے ہو. سبحان اللہ سبحان اللہ. ایک دوسرے نوں سارا دن اسی بلاندے رہندے ہیں، بے چکیاں آوازاں کڈتے رہندے ہیں. اللہ لیکن کم از کم دن دے وچ اسی 10 منٹ تا ایسے کڈیے جہاں اسی مراقبہ کریے. کم از کم 10 منٹ ایسے کڈیے جہاں اسی مراقبہ کریے. اور حضرت امام بصیری رحمۃ اللہ علیہ والا تصور رکھیے کہ جس طرح کہ حضرت امام بصیری رحمۃ اللہ علیہ ہل نہیں سکتے سن، فالج ہویا سی اور سرکار دے دربار دے اندر آپ نے کھڑے ہو کے قصیدہ بردہ پڑھیا اور سرکار نبی صلی اللہ علیہ وسلم نے ہاتھ پھیریا، فرمایا جا بصیری اٹھ کے بیٹھ جا. حضرت امام بصیری رحمۃ اللہ علیہ صبح ٹھیک ٹھاک سن. او عشق رکھو پھر قصیدہ بردہ شریف پڑھو. ویسے پڑھ دیا آپ نے، سن لیا، واہ واہ کر دیا، پیسے سٹتے نچھاور کرتے جاندے آندے کچھ بھی نہ لے کے آئے، آندے پیسے لے کے جاندے ویلے گئے، پیسے بھی دے گئے کچھ لے کے بھی نہ گئے. میں نہیں اس چیز کا قائل. میں کہنا خدا را اپنے اندر تھوڑا بہتا عشق دی جوت جلا. اکھا بند کر کے تصور رکھو نا. پہلے تو اول تو پہلی گل ہے کہ کوئی بھی ورت کرو وہ واسطے اکھا بند ہونی چاہیے. تصور مینو چوک منڈے دا سی آیا
محمد امین نے سی مسئلہ پوچھایا تصور دی تے مینوں پوچھی حقیقت تصور جڑا نا تصور جڑا رکھو اپنے شہر حضرت نبی صلی اللہ علیہ وسلم مخصوص اس وقت دا جس کہ امام بصیر رحمۃ اللہ نے شفا ہوئی کیوں نہ ہوئے شفا تمہیں کیوں نہ تھوڑی بیماریاں دور ہوں اسی وقت ہی نہیں کٹ دے کڑیاں پھسے ہیں منڈیاں پھسے ہیں پیسے پھسے ہیں دولت پھسے ہیں پیسے واسطے رمضان شریف دے سارے دن جتیاں گنڈ کے گزار دیا گے لیکن چودہ گھنٹہ کٹ کے اللہ اللہ نہیں کریں گے کیوں بھائی مانتی ٹھیک ہے ساری رات جتیاں اکھاں ڈیاں سجنیاں لیکن یہ بھی ضروری نہیں کسب بھی کسب معاش بھی ضروری ہے اج دے دور لیکن وہ نال نال روحانی غذا بھی ضروری ہے دل مردہ ہوئے تو ہر شے مردہ اس واسطے اکھاں بند کر کے تصور کرو کہ قصیدہ بردہ شریف چ عربی بہت آسان زبان ہے یہ دشمنوں دی اڑائی خبر ہے کہ عربی بہت مشکل ہے عربی خود اپنا رستہ دیندی ہے تمہیں اپنا راہ دستی جاتی ہے کہ میرا مطلب ہے محمد سید الکونین والثقلین کی مطلب ہے سید کا مطلب تو پتا نا کی سردار کونین کا مقصد پتا نا دونوں ثقلین مطلب سمجھ آیا کیڑا مشکل ہے محمد سید الکونین والثقلین والفریقین من عرب من عجم مولاي صل وسلم دائما ابدا على حبيبك خير الخلق كلهم هو الحبيب الذي ترجى شفاعته لكل هول من الأهوال مقتحم مولاي صل وسلم دائما ابدا على حبيبك خير الخلق كلهم مولاي صل وسلم دائما على حبيبك خير الخلق كلهم يا ربي بالمصطفى بلغ مقاصدنا يا ربي بالمصطفى بلغ مقاصدنا واغفر لنا ما مضى يا واسع الكرم مولاي صل وسلم دائما ابدا على حبيبك خير الخلق كلهم ثم الرضا عن ابي بكر وعن عمر ثم الرضا عن ابي بكر وعن عمر وعن علي وعن عثمان ذي الكرم مولاي صل وسلم دائما ابدا على حبيبك خير الخلق كلهم يا أكرم الخلق ما لمن ألوذ به يا أكرم الخلق ما لمن ألوذ به سواك عند
حلول الحادث الغمام مولاي صل وسلم دائما أبدا على حبيبك خير الخلق كلهم أيها المشتاقون بنور جماله بلغ العلا بكماله كشف الدجى بجماله حسنت جميع خصاله صلوا عليه وآله وأصحابه وأهل بيته وأزواجه وسلموا تسليما سبحان ربك رب العزة عما يصفون وسلام المرسلين والحمد لله رب العالمين اللہ اکبر لا الہ الا اللہ واللہ اکبر الحمد افضل ذکر لا الہ الا بہت درود محمد سرور باپ پیغمبر امت پرور زمین فلک سب استی انور ختم رسول سب جگدا چارے یار آل صاحب سبھی برار جنوں نہ ولو انکار روز عالم سب تھی گمراہ لا الہ الا اللہ لا الہ الا اللہ پاک رسول اللہ دے نور ظاہر بدن کیا ظہور ہویا علی بنی بدپور ویکن ہار پکارے ہوا لا الہ الا اللہ لا الہ الا اللہ عشق لی دی چڑی بہار عالم کر چھڑیا گزار بسرے دے وچ پئی پکار ملیا شیخ حسن نوران لا الہ الا اللہ لا الہ الا اللہ سندی وجی تار دتا تار سبھی سنسار عبد الواحد ہویا نثار کیتا سرکش نفس تبار لا الہ الا اللہ لا الہ الا اللہ تم کیا جگ وجود ہے حضرت خواجہ شیخ فضیل کر گیا دور دلان دی مہر پڑھ پڑھ عبد ذکر پکا لا الہ الا اللہ لا الہ الا اللہ شاہ سندی واٹ محال صدق وفادی چلی چال ابراہیم مدم دے نال تجیا تخت اتار کلا لا الہ الا اللہ لا الہ الا اللہ جام مرشد اکتی جاگی ٹھاٹ جام مرشد اکتی جاگی تانگ چڑھ گی ٹھاٹ سمندر وانگ وگی عشق ندی دی کانگ ہوتے گیا حذیفہ شاہ لا الہ الا اللہ لا الہ الا اللہ مڑ بسرے بل جھلی وا نفسانیت کھڑی اڑا اے سجندہ گیا نبھا پیر بیرا علی جا لا الہ الا اللہ لا الہ الا اللہ بابا کامل صدق یقین اندر دین مین نشین شاہ ممشاد علاؤ الدین معتقدہ دا پشت پناہ لا الہ الا اللہ لا الہ الا اللہ سائر انفست آفاق زہر اللہ دا تریاق چشتی خواجہ ابو ساق پایا رتبہ خاطر خواہ لا الہ الا اللہ لا الہ الا اللہ ابو احمد گھرچ چراغ نال عمل پر نور دماغ اسی سب شرادہ باغ دیتی دیسوں خزاں ترا لا الہ الا اللہ لا الہ الا اللہ رب غنی دا خاص فقیر خواجہ ابو محمد پیر سرتے من کھڑا تقدیر ہویا بچ عرفان فنا لا الہ الا اللہ لا الہ الا اللہ ابو یوسف خواجہ ناصر
ناصر الدین کر مرشد صدیقین بیٹھا اندر حسین کھلے رو سبھی جنگار خواجہ قطب الدین مودود بیٹھا جان کو موجود جس بن اور نہیں معبود باقی رہی نہ کائی چار خواجہ حاجی شیخ شریف سر چل سبھی تکلیف قابو کیتا نفس شریف مرشد دی بل چشم برا لا الہ الا اللہ لا الہ الا اللہ ہارونی عثمان ولی کنز کائے خفی جلی عشق سجدے دی گلی گلی بگیا بھار حوث دا لا الہ الا اللہ لا الہ الا اللہ عشقوں پہ نکارے چوٹ اڑ گئے ہزاروں کوڑ ہوئے فتح ہزاروں کوڑ بھری کا کی قطب الدین دلی تخت کیتا رنگین جگ رنگی بھی دھر تلوین گیا حصار کفر دے ڈھار لا الہ الا اللہ لا الہ الا اللہ قطب العالم گن شکر بازی چومپڑ والی دھر کھیل کھلار گیا ہر گھر شیخ فرید پٹندہ شان لا الہ الا اللہ لا الہ الا اللہ خواجہ صاحب اور شاہ مخدوم رم بروندی کر معلوم تم گیا جگ وچ مچ کی دھوم تھم مچی پر بابا با لا الہ الا اللہ لا الہ الا اللہ مرشدی پائی تاں جہاں مرشدی پائی مت ترکاں تاریا پانی پت ویکھن ہار ہوئے سرپت شمس الدین منور ما لا الہ الا اللہ لا الہ الا اللہ پانی پت وچ ماجبین حضرت شیخ جلال الدین با مکان تے با مکین پٹی ٹکانے لائی وا لا الہ الا اللہ لا الہ الا اللہ ہر کیش کو سینہ شک جا مرشد تھی لیا سبق توشہ لے گیا عبدالحق گاڑی کٹن گیا کٹرا لا الہ الا اللہ لا الہ الا اللہ خواجہ رفت حرمان کیتیاں ندیاں دلو روان لہر وگی وچ ہندوستان کیتی سرد حوث دی بھار لا الہ الا اللہ لا الہ الا اللہ شیخ محمد دے دربار چمکی عشق سچدی تار جلی اگ بلی اکسار خودی ہوئی شڑفاق بنا لا الہ الا اللہ لا الہ الا اللہ چمکی تیغ برن گنگو طاقت بھرم جرم دا کھو جار لیفت پاک گرو لے عبد القدوس سپا لا الہ الا اللہ لا الہ الا اللہ شیخ جلال الدین محمود جلدہ پاک گزرے مقصود بھی تھانے سر ہے موجود روضہ پاک زیارت کا لا الہ الا اللہ لا الہ الا اللہ بلکہ شیخ نظام الدین جزی کمک حق معین دارو سیدہ خوشہ چیز ہر ہر ملک اندر بادشاہ لا الہ الا اللہ لا الہ الا اللہ پیر پیارا ابو سعید جس نے دیتے دار مرید ایک نظروں پہ شہید دیکھو تین نظر دیوان لا الہ الا اللہ لا الہ الا اللہ بات ویر جلاندہ حاضر حضرت شیخ محمد صادق بیٹھا اندر عشق صادق انحد والی کرسی ڈا لا الہ الا اللہ لا الہ الا اللہ مرشد اپنے دے پھڑتا درمندن دے دل دا ٹھار روشن ہویا وسنور حضرت عبدالقادر شاہ لا الہ الا اللہ لا الہ الا اللہ چاہی تو چاہی نور ایمان ابن فتاتی ہو قربان جس ملی میں ہندوستان نیندی آئی جڑ جان گناہ لا الہ الا اللہ لا الہ الا اللہ پیر سروری رہنما سید نجم الدین الاز مصر صحابہ نجم خدا شان اسیدہ نام گواہ لا الہ الا اللہ لا الہ الا اللہ صاحب عزت تمگین حضرت پیر شہاب الدین نور تصور تھی رنگین صوفی صاحب اسرار کا لا الہ الا اللہ لا الہ الا اللہ سید فتح محمد کی ذکر فکر دے واحدی
قائل کیتا نفس شریر ہوئے فتح سبھی جنگا میں اتارت تھی قربان جی چکوی چڑی کمان یوں جو تیر وگے میدان راستے گئے برہون دے سانگا سنارو ہویا تیار فضل کرنی نظر لار تار گیا پنجاب تیار پیر ساڈا علی جا عرض کرا کر جزیات نام محمد شاہ نواز بچ معاصر دے ممتاز شان برند راڈی وا لا الہ الا اللہ لا الہ الا اللہ علم عمل نے پڑی مہار کوڑی شوق ہوا سوار پہنچا جا سب پہ سچے دربار ملیا دل پر بے پرواہ لا الہ الا اللہ لا الہ الا اللہ ہجرت تھی 1200 سال قدر گزرے جدوں ناسی نال وچ میں آنی ہویا وصال باقی درد ہجر دیوار لا الہ الا اللہ لا الہ الا اللہ وچ مملوکہ باغلا روضہ انور ریا سہا قدمہ ہیڈ وگے دریا کلے بیاسا تاب سرا لا الہ الا اللہ لا الہ الا اللہ سرور دیوی تروال خلف صدقین شار ویتر شاد لمبردار پیر محمد ناظم شاہ لا الہ الا اللہ لا الہ الا اللہ دل وچ رہے دعا مشکل ہوئے کل دا محمد حسین پر فضل خدا خودی چھٹی کر دور تباہ لا الہ الا اللہ لا الہ الا اللہ شاہ حسین کا شہانہ جلتے چکے زمانہ ہویا تا معمور خزانہ ملی حقیقت والی رات لا الہ الا اللہ لا الہ الا اللہ یا غفار دنی دفل سچے دربار ظاہر باطن کے تاریخ ساتھ قرن بار زندہ کا لا الہ الا اللہ لا الہ الا اللہ دینال دفیل یادت و باطن دی میل خاص مراحل دی دھردیل نقص فال نزعدہ سال لا الہ الا اللہ لا الہ الا اللہ جائیں ذات پیا قبول نال مراد ہویا موصول واوے علی درگاہ لا الہ الا اللہ لا الہ الا اللہ لا الہ الا اللہ لا الہ الا اللہ قدرت نبی یا رسول اللہ اللهم صل على سيدنا مولانا محمد وعلى آل سيدنا مولانا محمد نور الله یا رب العالمین یا ارحم الراحمین یا مولا کریم یا غفار یا رحمان یا رحیم یا غفور یا جلیل یا کریم یا رقیب اے اللہ ہم نے جو کلمہ کلام اس بات محفل میں پڑھا ہے یا رب العالمین سے قبول و منظور فرما مولا کریم جو وعظ کلام کی باتیں کی ہیں جو تبلیغ کی باتیں کی ہیں یا رب العالمین سے قبول و منظور فرما یا رب العالمین یہ جو حاضر موقع تو عام ہے اہتمام ہے انتظام ہے انصرام ہے یا رب العالمین سب کو قبول و منظور فرما یا رب العالمین یہ دوستوں کی جو یہ حاضری ہے ان کا جو یہ آنا ہے ان بہنوں کا جو آنا ہے اس قدر سردی میں یا رب العالمین سے قبول و منظور فرما یا رب العالمین جو پڑھ کے بخشا گیا ہے اس کی جو تعداد ہے اسے قبول و منظور فرما قرآن پاک جو ہے مکمل تلاوت کیے گئے ان کی تعداد 193 مرتبہ ہے یا رب العالمین کو قبول و منظور فرما 201 سپارے پڑے گئے مختلف یا رب العالمین کو قبول و منظور فرما 1144 مرتبہ اللہ الصمد پڑھا گیا یا رب العالمین سے قبول و منظور فرما 12,000 مرتبہ درود ابراہیمی شریف پڑھا گیا یا رب العالمین اس پڑھے ہوئے کو قبول و منظور فرما کلمہ شریف جو ہے
10,044 مرتبہ کلمہ شریف پڑھا گیا، یا رب العالمین اس کو قبول و منظور فرما۔ سورہ یاسین شریف جو ہے یا رب العالمین یہ 130 مرتبہ تلاوت فرمائی گئی ہے، یا رب العالمین اس تلاوت کی سورہ یاسین کو قبول و منظور فرما۔ یا رب العالمین سورہ فاتحہ شریف جو ہے جو کہ مفتاح الکتاب ہے، یا رب فاتحہ الکتاب ہے، یا رب العالمین جو کہ سورۃ رقیہ ہے، یا رب العالمین جو کہ سورۃ فاتحہ ہے، یا رب العالمین یہ 100 مرتبہ تلاوت کی گئی ہے، یا رب العالمین اس کو قبول و منظور فرما۔ درود تاج شریف جو ہے یا رب العالمین تیرے محبوب کی تعریفوں کا مجموعہ ہے، یا رب العالمین پڑھنے والے نے اس کو 100 مرتبہ پڑھا ہے، یا رب العالمین سے قبول و منظور فرما۔ جی ایک قرآن پاک مزید جو تلاوت کیا گیا مکمل، یا رب العالمین نے اسے قبول و منظور فرما۔ یا رب العالمین پڑھنے والوں نے اگرچہ بہت احتیاط سے پڑھا، محبت سے پڑھا، پیار سے پڑھا، لیکن یا رب العالمین اس کے پڑھنے کا جیسا کہ حق تھا وہ حق ادا نہ ہوا، یا رب العالمین تو اس کو قبول و منظور فرما۔ یا رب العالمین جیسا بھی پڑھا ہے جو کمیاں کوتاہی ہیں ان سے اعراض فرماتے ہوئے یا رب العالمین اس پڑھے ہوئے کو قبول و منظور فرما۔ یا رب العالمین ہم نے بھی جیسا پڑھا ہے ٹوٹا پھوٹا، یا رب العالمین اسے قبول و منظور فرما۔ یا رب العالمین حاضر موقع طعام کو قبول و منظور فرما۔ یہ تمام منظور شدہ کا ثواب یا رب العالمین ہم سب سے پہلے آپ کے نبی محبوب نبی فخر الانبیاء امام الانبیاء محمد مصطفیٰ احمد مجتبیٰ شب اسراء کی دولہ شاہ عبد السرا صلی اللہ علیہ وآلہ وسلم کی خدمت اقدس میں پیش کرتے ہیں، یا رب العالمین قبول و منظور فرما۔ حضور نبی کریم صلی اللہ علیہ وآلہ وسلم کی خدمت میں پیش کرنے کے بعد پیش کیا ہے ہم نے اس کا ثواب 1,24,000 2,24,000 الغرض جتنے بھی انبیاء علیہ السلام اس دنیا میں تشریف لائے ان سب کی ارواح قدس کو اس کا ثواب پہنچے، شہیدین صدیقین صابرین مقربین کی روح کو ثواب پہنچے، شہدائے کربلا اللہ تعالیٰ علیہ کی روح کو ثواب پہنچے۔ یا رب العالمین جتنے بھی کربلا میں شہید ہوئے ہیں ان سب کی ارواح کو اس پڑے ہوئے کا ثواب عطا فرما۔ یا رب العالمین صحابہ کرام رضوان اللہ تعالیٰ علیہم کی روح پرفتوح کو اس پڑے ہوئے کا ثواب پہنچے۔ یا رب العالمین تابعین کرام کی روح کو اس کا ثواب پہنچے۔ یا رب العالمین تبع تابعین کرام اللہ رحمہ کی ارواح طیبہ کو اس پڑھے ہوئے کا ثواب پہنچے۔ یا رب العالمین علماء کرام کو اس کا ثواب پہنچے۔ یا رب العالمین فقہائے دین کو اس کا ثواب پہنچے۔ یا رب العالمین جتنے بھی لوگ جنہوں نے دین کی خدمت کے لیے اپنی جانیں مال تن من دھن قربان کیا ہے، یا رب العالمین سب کو اس پڑھے ہوئے کا ثواب عطا فرما۔ یا رب العالمین اگرچہ یہ ثواب ان کے شایان شان نہیں ہے یا رب العالمین، لیکن جیسا بھی ہے اسے انہیں پہنچا دے۔ یا رب العالمین شہیدین صدیقین صابرین مقربین کی ارواح کو ثواب، سیدنا شیخ عبدالقادر جیلانی غوث الثانی محبوب سبحانی کی روح پرفتوح کو ثواب، سیدنا حضرت شیخ عبدالقادر جیلانی رحمۃ اللہ علیہ کی روح پرفتوح کو ثواب، سیدنا خواجہ سید علاؤ الدین علی احمد صابر کلیری رحمۃ اللہ کو ثواب، سیدنا خواجہ سید معین الدین چشتی اجمیری صدری رحمۃ اللہ صواب، سیدنا حضرت خواجہ قطب الدین بختیار کاکی وشید دہلوی رحمۃ صواب، سیدنا حضرت خواجہ مسعود الدین فرید گنج شکر پاک پتنی رحمۃ اللہ صواب، سیدنا حضرت خواجہ سید علاؤ الدین علی احمد صابر کلیری رحمۃ اللہ علیہ صواب، سیدنا حضرت خواجہ شمس الدین ترک پانی پتی رحمۃ اللہ علیہ صواب، سیدنا حضرت خواجہ شیخ عبد القدوس گنگوہی رحمۃ اللہ علیہ، سیدنا خواجہ پیر حضرت شاہ رحمۃ اللہ صواب، سیدنا خواجہ پیر سیدنا مرشدنا خواجہ حضرت خواجہ پیر سید محمد حسین شاہ گیلانی چشتی صاحب تاج ولی سرکار رحمۃ اللہ، سیدنا مرشدنا خواجہ تاج الاولیاء تاج الاسفیاء تاج مشاہ شیخ الشیوخ محقق کے دورہ غزالی دورہ پیر راشد ضمیر حضرت علامہ پیر سید دلشاد حسین شاہ گیلانی چشتی صاحب تاج ولی سرکار رحمۃ اللہ، چشتیہ نشاہیہ نقشبندیہ قلندیہ قادریہ سروردیہ الغرض جتنے بھی سلاسل طریقت ہیں ان سب کے مشائخ عظام اور مریدین کو اس کا ثواب پہنچے۔ یا رب العالمین جتنے بھی مریدین اس خاندان چشتیہ صابریہ کا کہ وفات پا گئے ہیں یا مردیاں وفات پا گئی ہیں، یا رب العالمین سب کی ارواح کو اس پڑے ہوئے کا ثواب عطا فرما۔ یا رب العالمین جتنے بھی مسلمین مسلمات مومنین مومنات صالحین صالحات وفات پا گئے ہیں سب کو ثواب عطا فرما۔
یا رب العالمین ہم جو اس تیری پاک محفل میں تیرے پاک بندوں کی محفل میں آئے ہیں ہمارے صغیرہ کبیرہ گناہ معاف فرما یا رب العالمین ہماری مشکلیں آسان فرما ہمارے رزق میں برکت عطا فرما یا رب العالمین ہمیں اپنے پیارے نبی کا پیارا پیارا شہر مدینہ دکھا یا رب العالمین وہ شہر دکھا جس سے مدینے والا محبت رکھتا تھا یا رب العالمین اپنا مکہ دکھا یا رب العالمین بیت اللہ شریف دکھا یا رب العالمین حجر اسود کے بوسے دلا یا رب العالمین میزاب رحمت کے نیچے کھڑے ہو کر بھیگنا نصیب فرما یا رب العالمین اس حتیم میں بیٹھ کر 2 نفل پڑھنے کی توفیق عطا فرما یا رب العالمین مقام ابراہیم پر بیٹھ کر 2 نفل پڑھنے کی توفیق عطا فرما یا رب العالمین مقام ابراہیم پر 2 نفل پڑھنے کی توفیق عطا فرما یا رب العالمین ہمیں آب زمزم پینا نصیب فرما یا رب العالمین ہمیں آب زمزم پینا نصیب فرما یا رب العالمین وہاں کھڑے ہو کر آب زمزم پینا نصیب فرما یا رب العالمین ہمیں اپنے پیارے پیارے نبی حضرت اسماعیل علیہ السلام کی والدہ ماجدہ کا وہ بھاگنا وہ سعی کرنا یا رب العالمین اس کی قوت عطا فرما یا رب العالمین اپنا پیارا پیارا شہر دکھا یا رب العالمین شہر دکھا جس سے تیرا محبوب نبی محبت رکھتا تھا یا رب العالمین ہمیں محبوب کا شہر دکھا یا رب العالمین اپنے محبوب نبی کا شہر دکھا شہر مدینہ دکھا روضہ اقدس دکھا سرکار کی جالیاں دکھا یا رب العالمین اس کے فیوز و برکات ہمارے قلب پہ نازل فرما یا رب العالمین ہمارے قلب کی سیاہی کو دھو دے یا رب العالمین ہمارے دلوں کی سیاہی کو دھو دے یا رب العالمین ہمارے سینوں کی سیاہی کو دھو دے یا رب العالمین ہمارے اذہان کی سیاہی کو دھو دے یا رب العالمین ہمارے سینوں کو اپنے نور سے بھر دے ربنا تقبل منا انک انت السمیع العلیم وصلی اللہ تعالی خیر خلقہ نور عرش زینت فرش محمد صلی اللہ علیہ وسلم نعرہ تکبیر زور سے نعرہ تکبیر نعرہ رسالت نعرہ رسالت نعرہ رسالت نعرہ حیدری نعرہ غوثیہ آستانہ علیہ ندر شریف حضرت قبلہ پیر سید محمد حسین شاہ صاحب حضرت قبلہ پیر سید دلشاد حسین شاہ صاحب اس آستانے کے مرید آمین اللہ تعالیٰ آپ کو قائم دائم رکھے زندہ رکھے شاد رکھے آباد رکھے آپ کے دلوں کو شاد رکھے اور آپ دل شاد ہی رہیں دل شاد کے مرید ہیں اور دل شاد ہی رہیں آمین آمین ثم آمین سما خراشی کے لیے معذرت آپ کا بہت وقت لے لیا اتنی دیر تک شو چل جاتا پورا اللہ دے حکم نال یہ دینی شو ہے آپ کا یہ بیٹھنا 3 گھنٹے بیٹھنا ٹھنڈی زمین پہ اللہ تعالیٰ اسے قبول و منظور فرمائے اور مجھے معاف فرمائے کہ میں نے آپ کا بہت وقت لیا اور آپ کو تکلیف برداشت کرنا پڑی تکلیف دہی کے لیے ایک دفعہ پھر معذرت خواہ ہوں لیکن ایک چیز ہے اعلان سن لیجیے ہمارا پروگرام یہ ہے کہ کسی طریقے سے دربار شریف جو ہے یہ مکمل ہو جائے باہر پتھر لگ جائے تھوڑا کام ہے زیادہ کام نہیں اب اس لیے کوشش یہ کریں کہ دربار شریف کی تعمیر کے لیے زیادہ سے زیادہ کوشش کریں تاکہ انشاءاللہ تعالی ہم اسے مکمل کرائیں میری اور آپ کی زندگی میں یہ مکمل ہو جائے ہم بھی اسے مکمل دیکھیں پھر آنے والے اپنا کام کریں گے ہم اپنا کام کر کے گزر جائیں گے جس کا ایک بھی حبہ لگا ہے اس پہ ایک بھی دانہ لگا ہے وہ انشاءاللہ تعالیٰ تا قیامت اس کو ثواب دیتا رہے گا آنے والے آئیں گے آ کے دعائیں مانگیں گے آپ کو اس کا اجر ملتا رہے گا اس لیے دوستوں سے آپ تعاون کریں باقی اللہ تعالیٰ آپ کو جزائے خیر عطا کھانا تیار ہے ਸਾਡੇ ਪੀਰ ਭਾਈ ਨੇ ਸਾਡੇ ਇਹਨਾਂ ਦਾ ਹੱਕ ਆ ਦਰਬਾਸ਼ੀ ਦੇ ਕੰਮ ਦੇ ਵਿੱਚ ਜਿੰਨਾ ਵੀ ਮਤਲਬ बढ़ चढ़ के हिस्सा लेना चाहिए माशाअल्लाह कि सरकार ਦਾ ਦਰਬਾਸ਼ੀ ਮੁਕੰਮਲ ਹੋ ਜਾਏਗਾ ਸਾਨੂੰ ਖੁਸ਼ੀ ਹੈ ਸਰਕਾਰ ਦੇ